कल अपना थोड़ा जिहा DC जनरेटर का पार्ट रह गया सीगा, कुछ प्रॉब्लम्स रह गई सी, उसमें थोड़ा डिस्कस करांगे ते इस तो बाद अगे प्रोसीड करांगे। ओके ओके कल आपां कीता सी भी ਜਿਹੜੀ EMF है दैट डिपेंड अपॉन द लैप वाउंड एंड द वेव वाउंड है ना, जिथे करंट की अमाउंट ज़्यादा चाहिए होएगी उत्थे आपां यूजली लैप वाउंड यूज़ कर देंगे वाइंडिंग, तो जिथे करंट की अमाउंट की जगह आपां नूं EMF ज़्यादा चाहिए है, वोल्टेज ज़्यादा चाहिए, उत्थे आपां वेव वाइंडिंग यूज़ करते हैं। ओके तो उसके बेस पर कुछ न्यूमेरिकल कीते सी, थोड़ी जी रिविजन उसकी कर देंगे। 8 पोल DC जनरेटर हैज़ 600 आर्मेचर कनेक्टर, आपां नूं Z देता, नंबर ऑफ पोल्स देते। Okay, useful flux data that is phi. Okay, what will be the EMF generated if it lap wound and runs at 1000 rpm? ਹੁਣ ਉਸਦੀ ਸਪੀਡ ਦੇ ਕੋਰਸਪੋਂਡਿੰਗ ਜਿਹੜੀ EMF ਪ੍ਰੋਡਕਸ਼ਨ ਹੈ ਉਸ ਦੀ ਗੱਲ ਕਰ ਰਹੇ ਹਾਂ, ਠੀਕ ਹੈ ਨਾ, ਵੀ ਕਿੰਨੀ ਹੋਏਗੀ ਆਪਾਂ ਉਹਨੂੰ ਸਪੀਡ ਵੀ ਦੇ ਦੇਈਏ। ਓਕੇ ਤੇ what must be the speed at which to be driven to induce the same voltage if it is a wave wound? ਜੇ ਮੰਨ ਲਓ ਕਹਿੰਦਾ ਇਹ ਤਾਂ ਲੈਪ ਵਾਊਂਡ ਸੀਗਾ ਤਾਂ ਇੰਨੀ ਆ ਰਹੀ ਹੈ, ਜੇ ਵੇਵ ਵਾਊਂਡ ਹੋਊਗਾ ਸਪੀਡ ਕਿੰਨੀ ਹੋਣੀ ਚਾਹੀਦੀ ਹੈ। ਓਕੇ ਤਾਂ ਹੇਅਰ ਵੀ ਹੈਵ P = 8, Z = 600, phi n, and since there is lap wound ਤਾਂ number of parallel paths are equal to the number of poles। okay ਤਾਂ ਉੱਥੇ ਆਪਾਂ EMF ਦੀ ਇਕੁਏਸ਼ਨ ਪੁੱਟ ਕਰਦੇ ਹਾਂ, that is equal to the phi into the number of conductor Z into the speed into the number of poles divided by 60 multiply by the number of parallel paths। okay ਤਾਂ ਫਲਕਸ ਜਿਹੜਾ ਆਪਣਾ 0.06 ਹੈ ਜੀ, ਨੰਬਰ ਆਫ ਕਨੈਕਟਰ 600, 1000 RPM, ਠੀਕ ਹੈ, ਨੰਬਰ ਆਫ ਪੋਲਸ 8 ਡਿਵਾਈਡ ਬਾਈ total parallel paths that's are 8 and divided by 60, so you will get the 600 volt ਜਿਹੜੀ ਆਪਣੀ ਵੈਲਿਊ ਆ ਗਈ for the lap winding। now when the wave wound let the speed would be n rpm but Eg is equal to 600। ਹੁਣ ਆਪਾਂ ਸਪੀਡ ਦੀ ਵੈਲਿਊ ਕੱਢਣੀ ਹੈ ਜੇ ਸੇਮ ਵੋਲਟੇਜ ਹੋਵੇ ਤੇ ਨੰਬਰ ਆਫ ਪੈਰਲਲ ਪਾਥ ਜਿਹੜੇ ਨੇ ਉਹ ਕਿੰਨੇ ਹੋਣ ਜੀ, 2 ਹੋਣ। ਓਕੇ ਤਾਂ ਜਿਹੜਾ ਆ ਸਪੀਡ ਵਾਲਾ ਕੋਰਨਰ ਇਹ ਸਾਰਾ ਉੱਪਰ ਆ ਜਾਏਗਾ, Eg into 60 into parallel paths divided by the flux and conductor and poles। okay ਤਾਂ the value would be 250 rpm। okay क्लियर है जी सर ऊपर की है सर, क्या जी सर ਜਿਹੜੀ ਵੈਲਿਊ ਉੱਪਰ ਪਈ ਹੈ ਸਰ 600 ਵੋਲਟ। ਹਾਂਜੀ ਸਰ ਜਿਹੜੀ ਅਸੀਂ ਕਹਿੰਦੇ ਆ ਪਾਈ ਜ਼ੈਡ ਐਨ ਦੀ ਵੈਲਿਊ Eg into 60 ਅੰਦਰ ਉੱਪਰ ਚਲੇ ਗਈ ਨਾ, ਉਹ ਪੁੱਛ ਰਹੇ ਸਰ। Eg ਦੀ ਵੈਲਿਊ ਆਪਾਂ ਪਿਛਲੇ ਚੈਪਟਰ ਚ ਕੀਤਾ ਸੀ ਨਾ ਕਿ ਜਿਹੜੀ EMF ਹੁੰਦੀ ਹੈ ਆਪਾਂ ਡਰਾਈਵ ਕੀਤੀ ਸੀ ਨਾ, ਉਹ ਫਾਰਮੂਲਾ ਉਸ ਦੇ ਵਿੱਚ ਆਪਾਂ ਸਾਰੀ ਵੈਲਿਊਜ਼ ਫਿਲ ਅਪ ਕੀਤੀਆਂ ਨੇ, ਠੀਕ ਹੈ। ਤੇ ਆਪਣੇ ਕੋਲ EMF ਆ ਗਈ ਫॉर द ਲੈਪ ਵਾਊਂਡ ਜਨਰੇਟਰ, ਜਿੱਥੇ ਲੈਪ ਵਾਇਰਿੰਗ ਕੀਤੀ ਹੋਈ ਹੈ। ਲੈਪ ਵਾਇਰਿੰਗ ਯਾਦ ਹੈ ਕਿਵੇਂ ਸੀਗੀ? ਹਾਂਜੀ ਸਰ ਇਸ ਤਰ੍ਹਾਂ ਲੈਪ ਵਾਇਰਿੰਗ ਹੁੰਦੀ ਹੈ, ਓਕੇ, ਜਿਸ ਦੇ ਵਿੱਚ ਕਿ ਆਪਸ 'ਚ ਕਨੈਕਟਰ ਇੱਥੇ ਕਮੂਟੇਟਰ ਨਾਲ ਜੁੜੇ ਹੋਏ ਹੁੰਦੇ ਨੇ। ਓਕੇ ਤਾਂ ਨੰਬਰ ਆਫ ਪੈਰਲਲ ਪਾਥਸ ਜਿਹੜੇ ਹੁੰਦੇ ਨੇ ਇਕੁਅਲ ਟੂ ਪੋਲਸ ਹੁੰਦੇ ਨੇ, ਜਾਂ ਫਿਰ ਐਂ ਕਹ ਲਓ ਇਸ 'ਚ ਕਰੰਟ ਜਿਹੜੀ ਅਮਾਊਂਟ ਜ਼ਿਆਦਾ ਹੁੰਦੀ ਹੈ, EMF ਜਿਹੜੀ ਓਵਰਆਲ ਆਪਾਂ ਘੱਟ ਬਣਾਉਂਦੇ ਹੈਗੇ। ਇਹ ਯੂਜ਼ਲੀ ਜਿਹੜੇ ਆਪਣੇ ਵੈਲਡਿੰਗ ਵਾਸਤੇ ਜਨਰੇਟਰਸ ਯੂਜ਼ ਹੁੰਦੇ ਨੇ, ਜਾਂ ਜਿੱਥੇ ਹਾਈ ਅਮਾਊਂਟ ਆਫ ਕਰੰਟ ਆਪਾਂ ਨੂੰ ਚਾਹੀਦੀ ਹੈ ਉੱਥੇ ਇਹ ਜਨਰੇਟਰ ਯੂਜ਼ ਹੁੰਦੇ ਨੇ। ਓਕੇ ਕੁਝ ਪੈਰਾਮੀਟਰਸ ਦਿੱਤੇ ਹੋਏ ਸੀਗੇ, ਆਪਾਂ EMF ਫਾਈਂਡ ਆਊਟ ਕਰ ਲਈ। ਉਹ ਕਹਿੰਦਾ ਵੀ ਇਹੀ ਸੇਮ EMF ਅਮਾਊਂਟ ਜੇ ਮੰਨ ਲਓ ਉਹ ਵੇਵ ਵਾਊਂਡ ਜਨਰੇਟਰ ਹੁੰਦਾ ਤਾਂ ਫਿਰ ਕਿੰਨੀ ਸਪੀਡ 'ਤੇ ਇਹ EMF ਪ੍ਰੋਡਿਊਸ ਹੋ ਜਾਂਦੀ। ਤਾਂ ਉਹੀ ਚੀਜ਼ ਆਪਾਂ ਫਾਈਂਡ ਆਊਟ ਕੀਤੀ ਹੈ। ਜਸਟ ਆਪਾਂ EMF ਇੱਥੇ ਹੁਣ 600 ਵੋਲਟ ਲੈ ਲਈ, ਜਿਹੜੀ ਕਿ ਲੈਪ ਵਾਊਂਡ ਜਨਰੇਟਰ ਨੇ ਪ੍ਰੋਡਿਊਸ ਕੀਤੀ ਸੀ ਐਟ ਦੈਟ RPM, ਦੈਟ ਇਜ਼ 1000। ਓਕੇ ਤਾਂ ਬਾਕੀ ਸਾਰਾ ਪੈਰਾਮੀਟਰ ਦਾ ਸੇਮ ਨੇ, ਵੀ ਹੈਵ ਜਸਟ ਵੇਰੀਡ ਦ ਸਪੀਡ, we just need to vary the speed and the parallel paths that would be changed, that would be multiplied by the 2। okay ਤਾਂ ਇਹ ਵਾਲੀ ਸਪੀਡ ਜਿਹੜੀ ਆਪਣੇ ਕੋਲ ਆ ਜਾਂਦੀ ਹੈ। ਮਤਲਬ ਇੱਕ ਜਿਹੜਾ ਲੈਪ ਵਾਊਂਡ ਹੈ ਉਸਨੂੰ 1000 RPM ਦੇ ਘੁਮਾਓਗੇ ਤਾਂ ਜਾ ਕੇ ਤੁਹਾਡੇ ਕੋਲ 600 ਵੋਲਟ ਆਏਗੀ। ਇੱਕ ਜਿਹੜਾ ਵੇਵ ਵਾਊਂਡ ਹੈ ਉਹਨੂੰ ਤੁਸੀਂ ਉਸਦਾ 1/4 ਤੇ ਘੁਮਾਓਗੇ, ਦੈਟ ਇਜ਼ 250 RPM, ਦੈਨ ਯੂ ਵਿਲ ਗੈਟ ਦਿਸ 600 ਵੋਲਟ ਪਾਵਰ। ਓਕੇ ਤਾਂ ਉਹੀ ਗੱਲ ਕਰ ਰਿਹਾ ਸੀਗੇ, ਵੇਵ ਵਾਊਂਡ ਦੇ ਵਿੱਚ EMF ਦੀ ਵੈਲਿਊ ਜ਼ਿਆਦਾ ਹੁੰਦੀ ਹੈ ਤੇ ਲੈਪ ਵਾਊਂਡ 'ਚ ਘੱਟ ਹੁੰਦੀ ਹੈ। ਠੀਕ ਹੈ ਜੀ, ਚੱਲੀਏ ਜੀ ਅੱਗੇ। ਓਕੇ a wave wound armature of an 8 pole generator has 51 slots।
armature of 8 pole generators has 51 slots. Okay, each slot contains 16 conductors. The voltage required to be generated is 300 volt. What would be the speed? Here you have to find out the speed. You have the number of conductors, that is 51 multiplied by the 16. Okay, so you will get the 816, that are the number of conductors in the armature. You need to find out the speed. You have the poles and the magnetic flux that is given by in the question, that is 0.05 Weber. Okay, ਤਾਂ ਇਹਨੇ ਤੁਹਾਨੂੰ EMF ਵੀ ਦਿੱਤੀ ਹੋਈ ਹੈਗੀ, that is 300 volt. Okay, so you just need to find out the speed, and that is 110.3. Okay, it's a wave bound, so number of parallel paths would be equal to the 2. Okay, number of parallel paths equal to 2, so A would be equal to 2 and pole are here 8. ठीक है जी, clear है जी? Okay, now when the machine is lap wound, फिर की होएगा, number of parallel paths ਜਿਹੜੇ ਨੇ ਉਹ number of poles ਹੋ ਜਾਣਗੇ, that is 8. ਤਾਂ voltage ਦੀ ਜਿਹੜੀ value ਹੈ that would be 75 volt at the same RPM. ਉਸ ਦੇ opposite ਆਪਾਂ numerical ਕੀਤਾ. Okay, okay, now the next part is the torque equation. Torque ਕੀ ਹੁੰਦੀ ਹੈ? ਟੋਰਕ ਹੁੰਦੀ ਹੈ ਕਿਸੇ ਵੀ ਸਰਕੂਲਰ ਮੋਸ਼ਨ ਦੇ ਵਿੱਚ ਫੋਰਸ ਐਕਟ ਕਰ ਰਹੀ ਹੁੰਦੀ ਹੈ, ਟੈਂਜੈਂਸ਼ੀਅਲ ਫੋਰਸ ਜਿਹੜੀ ਉਸ ਬੋਡੀ ਤੇ ਐਕਟ ਕਰ ਰਹੀ ਹੁੰਦੀ ਹੈ, ਜਿਹੜੀ ਕਿ ਉਸ ਨੂੰ ਇੱਕ ਰੋਟੇਸ਼ਨਲ ਮੋਸ਼ਨ ਦੇ ਵਿੱਚ ਲੈ ਕੇ ਜਾਂਦੀ ਹੈ, ਉਸ ਨੂੰ ਕਹਿੰਦੇ ਨੇ ਟੋਰਕ. ਓਕੇ, ਇਹਨੂੰ ਇਸ ਨਾਲ ਟਾਓ ਨਾਲ ਡਿਨੋਟ ਕਰਦੇ ਨੇ. ਠੀਕ ਹੈ, ਇਹਦੀ ਜਿਹੜੀ ਡਿਪੈਂਡੈਂਸੀ ਹੁੰਦੀ ਹੈ, ਇੱਕ ਤਾਂ ਹੁੰਦੀ ਹੈ ਅਪਲਾਈਡ ਫੋਰਸ ਤੇ ਇਸ ਸਰਕੂਲਰ ਮੋਸ਼ਨ ਦਾ ਜਿਹੜਾ ਰੇਡੀਅਸ ਹੈ ਉਸ 'ਤੇ. ਤਾਂ ਆਪਣਾ ਜਿਹੜਾ ਸਰਕੂਲਰ ਮੋਸ਼ਨ ਹੈਗਾ ਉਹ ਹੈਗੇ ਸ਼ਾਫਟ, ਜਾਂ ਫਿਰ ਉਸ ਤੋਂ ਉੱਪਰ ਜਿਹੜਾ ਜਾਂਦਾ ਟੋਟਲ ਜਿਹੜਾ ਹੈਗਾ ਆਪਣਾ ਆਰਮੇਚਰ. ਓਕੇ, ਤਾਂ ਉਸ ਦੇ ਰੇਡੀਅਸ 'ਤੇ ਇਹ ਡਿਪੈਂਡ ਕਰਦੀ ਹੈ, ਬਿਕੋਜ਼ ਆਪਣਾ ਇਨ ਨਟਸ਼ੈਲ ਜਿਹੜੀ ਹੈਗੀ ਆਰਮੇਚਰ ਹੀ ਮਸ਼ੀਨ ਦੇ ਵਿੱਚ ਰੋਟੇਟ ਕਰਦੀ ਹੈ. ਇਸ ਤੋਂ ਬਾਅਦ ਦਾ ਸਟੇਸ਼ਨਰੀ ਪਾਰਟ, ਤਾਂ ਇਹਦੇ ਸੈਂਟਰ ਤੋਂ ਲੈ ਕੇ ਆਰਮੇਚਰ ਦਾ ਬਿਲਕੁਲ ਸਿਰਾ ਹੈ ਨਾ, ਦੈਟ ਇਜ਼ ਦ ਰੇਡੀਅਸ ਆਫ ਦਿਸ ਆਰਮੇਚਰ. ਓਕੇ, ਸ਼ਾਫਟ ਦੇ ਸੈਂਟਰ ਤੋਂ ਲੈ ਕੇ ਆਰਮੇਚਰ ਦਾ ਬਿਲਕੁਲ ਆਊਟਰ ਪਾਰਟ, ਉੱਥੋਂ ਤੱਕ ਤੁਹਾਨੂੰ ਰੇਡੀਅਸ ਕਾਊਂਟ ਕਰਨਾ. ਨਾਓ ਅਸਿਊਮ ਦੈਟ ਕਿ ਨੰਬਰ ਆਫ ਪੋਲਸ P ਹੈ, ਫਲਕਸ phi ਹੈ, R is the radius of armature, right? L is the effective length of each conductor in the meter. Z number of total number of armature conductors. ਤੇ IA ਜਿਹੜਾ ਹੈਗਾ ਕਰੰਟ ਹੈ ਜਿਹੜਾ ਆਰਮੇਚਰ 'ਚ ਫਲੋ ਕਰ ਰਿਹਾ, ਤੇ A is equal to number of parallel paths. Now we know that ਕਿ ਆਪਾਂ ਕੀਤਾ ਸੀ ਬਾਇਟ-ਸੈਵਰਟ ਲਾ ਕੀਤਾ ਸੀਗਾ, that is equal to force applied ਹੈ ਨਾ, ਜਿਹੜੀ ਹੁੰਦੀ that is equal to the magnetic flux density, current and the length of the conductor. This force would be in the Newton. ਤੇ ਜਿਹੜਾ ਟਾਰਕ ਦੀ ਇਕੁਏਸ਼ਨ ਜਿਹੜੀ ਹੁੰਦੀ ਹੈ that is equal to F into R, that is this force and the radius of that movement. Okay, then we get the torque on that conductor. So the torque on one conductor would be equal to F into R, and torque on Z number of conductors would be equal to Z into F into R. But we know that F is equal to BIL, so we'll put the value torque is equal to Z into BIL into R. Okay, now we know that the current in each conductor is equal to total current in the armature and divided by the number of conductors, that is A. Okay, number of parallel paths, that is parallel paths, number of parallel paths. ਨੰਬਰ ਆਫ ਪੈਰਲਲ ਪਾਥ ਕਿੰਨੇ ਹੋਣਗੇ ਤੇ ਟੋਟਲ ਆਰਮੇਚਰ ਕੰਡਕਟਰ ਕਿੰਨਾ ਕਰੰਟ ਕਿੰਨਾ ਹੋਊਗਾ. ਓਕੇ, ਆਏ ਹੈ ਨਾ, ਮੰਨ ਲਓ ਪੈਰਲਲ ਪਾਥਸ ਨੇ, ਤਾਂ ਆਪਣੇ ਕੋਲ ਤਾਂ ਆਹ IA ਹੈ, ਤਾਂ ਇੱਥੇ ਜਿਹੜਾ ਕਰੰਟ ਹੈ ਦੈਟ ਵੁੱਡ ਬੀ ਸੇਮ ਐਂਡ ਦੈਟ ਡਿਪੈਂਡ ਅਪੋਨ ਕਿ ਕਿੰਨੇ ਨੰਬਰ ਆਫ ਪੈਰਲਲ ਪਾਥਸ ਹੈ. ਸੋ I is equal to IA upon. Okay, we also know that the flux density that is equal to phi upon the area of cross section. Okay, now area of cross section would be equal to, ਇਹ ਆਪਣਾ ਇੱਕ ਸਿਲੰਡਰੀਕਲ ਹੈਗਾ, ਇਹਦਾ ਇਹ ਰੇਡੀਅਸ ਹੈ. ਓਕੇ, ਤਾਂ ਇਹ ਇਸ ਦੀ ਲੈਂਥ ਹੈ. ਤਾਂ what will be happen, area would be equal to 2 pi r L upon P. ਓਕੇ, ਨੰਬਰ ਆਫ ਪੋਲਸ ਜਿਹੜਾ ਕਿ ਇਸ ਦਾ ਆ ਜਾਏਗਾ. ਓਕੇ, ਤਾਂ ਆਪਾਂ B ਦੀ ਵੈਲਿਊ 'ਚ ਪੁੱਟ ਕਰਕੇ, ਤਾਂ ਮਤਲਬ ਜ਼ਿਆਦਾ ਡੈਪਥ 'ਚ ਨਾ ਪੜੋ ਤਾਂ ਵਧੀਆ ਰਹੂਗਾ. ਵੀ ਗੈਟ ਦਿਸ ਟੋਰਕ ਦ ਇਕੁਏਸ਼ਨ ਹੈ ਨਾ, ਦੈਟ ਵੁੱਡ ਬੀ ਇਕੁਅਲ ਟੂ ਨੰਬਰ ਆਫ ਪੋਲਸ ਕੰਡਕਟਰ, ਠੀਕ ਹੈ, ਫਲਕਸ ਤੇ ਕਰੰਟ. ਓਕੇ, ਇਸ ਪੈਰਾਮੀਟਰਸ ਤੇ ਇਹ ਡਿਪੈਂਡ ਕਰਦਾ. ਤਾਂ ਟੋਟਲ ਇਕੁਏਸ਼ਨ ਵੁੱਡ ਬੀ ਦਿਸ. ਓਕੇ, ਐਂਡ ਦਿਸ ਸ਼ੁੱਡ ਬੀ ਰਿਮੈਂਬਰਡ.
ਓਕੇ, ਤਾਂ ਇੱਥੋਂ ਇੱਕ ਚੀਜ਼ ਕਲੀਅਰ ਹੋ ਜਾਂਦੀ ਹੈ ਵੀ ਜਿਹੜੀ ਟਾਰਕ ਹੈ ਦੈਟ ਇਜ਼ ਪ੍ਰਪੋਰਸ਼ਨਲ ਟੂ ਦ ਫਲਕਸ, ਜਿੰਨਾ ਉੱਥੇ ਫਲਕਸ ਹੋਊਗਾ ਤੇ ਜਿੰਨਾ ਉੱਥੇ ਕਰੰਟ ਪਾਸ ਕਰ ਰਿਹਾ ਹੋਊਗਾ। ਓਕੇ, this is the equation. Okay, this is the equation. ठीक है, the torque is directly proportional to the flux and the current. Okay, ਤਾਂ ਹੀ ਜਿਹੜਾ ਸੀਰੀਜ਼ ਮੋਟਰ ਹੁੰਦੀ ਹੈ ਉਸ ਦੇ ਵਿੱਚ that is directly proportional to IA square ਹੋ ਜਾਂਦਾ because flux is equal to is directly proportional to the armature current. Okay, ਤਾਂ ਇੱਕ ਕਿਸੇ ਵੀ ਜਨਰੇਟਰ ਦੇ ਵਿੱਚ ਜਿਹੜੀ ਟਾਰਕ ਹੈ that is proportional to ਉੱਥੇ ਕਿੰਨਾ ਫਲਕਸ ਹੈ ਤੇ ਕਿੰਨਾ ਹੀ ਆਰਮੇਚਰ ਕਰੰਟ ਹੈ। ਇਸ ਦਾ ਮਤਲਬ ਪਤਾ ਕੀ ਹੈ, ਇਸ ਦਾ ਮਤਲਬ ਬਰੋਡਲੀ ਤੁਹਾਨੂੰ ਸਮਝਾ ਦਿੰਦਾ। ਇਹਦਾ ਮਤਲਬ ਇਹ ਹੈ ਵੀ ਜਿੰਨਾ ਜ਼ਿਆਦਾ ਕਿਸੇ ਜਨਰੇਟਰ 'ਚ ਫਲਕਸ ਹੋਊਗਾ ਤੇ ਜਿੰਨਾ ਉਸ 'ਚ ਆਰਮੇਚਰ ਕਰੰਟ ਹੋਊਗਾ ਓਨੀ ਹੀ ਜ਼ਿਆਦਾ ਆਪਾਂ ਨੂੰ ਫੋਰਸ ਉੱਥੇ ਲਾਉਣੀ ਪਊਗੀ ਉਸ ਜਨਰੇਟਰ ਦੀ ਆਰਮੇਚਰ ਨੂੰ ਘੁਮਾਉਣ ਲਈ। ਗੱਲ ਨੂੰ ਸਮਝ ਗਏ? ਜਿੰਨੇ ਜ਼ਿਆਦਾ ਉੱਥੇ ਮੈਗਨੈਟਿਕ ਫਲਕਸ ਦੀ ਇੰਟੈਂਸਿਟੀ ਜ਼ਿਆਦਾ ਹੋਊਗੀ, ਜਿੰਨੇ ਜ਼ਿਆਦਾ ਆਪਾਂ ਐਂ ਕਹਿ ਲਓ ਵੀ ਨੰਬਰ ਆਫ ਪੋਲਸ ਜਿਹੜੇ ਨੇ ਉਹਨਾਂ ਦੀ ਸਟਰੈਂਥ ਜ਼ਿਆਦਾ ਹੋਊਗੀ, ਠੀਕ ਹੈ ਨਾ, ਤੇ ਉਸ 'ਚ ਆਰਮੇਚਰ 'ਚ ਕਰੰਟ ਜਿੰਨਾ ਜ਼ਿਆਦਾ ਹੋਊਗਾ ਉਨੀ ਹੀ ਆਪਾਂ ਨੂੰ ਫੋਰਸ ਉਸ ਜਨਰੇਟਰ ਨੂੰ ਘੁਮਾਉਣ ਦੇ ਵਿੱਚ ਲਾਉਣੀ ਪਊਗੀ। ਓਕੇ, ਤਾਂ ਜੇ ਇਹ ਫਾਈ ਤੇ ਆਈ ਏ ਜ਼ਿਆਦਾ ਵੱਧਦਾ ਹੈਗਾ ਤਾਂ ਇਸ ਦੇ ਨਾਲ ਈ ਐਮ ਐਫ 'ਤੇ ਵੀ ਕੋਈ ਇੰਪੈਕਟ ਪੈਂਦਾ ਵੈਸੇ? ਲੈਟਸ ਸੀ, ਬਿਲਕੁਲ ਪੈਂਦਾ। ਜੇ ਫਾਈ ਜਿਹੜਾ ਹੈਗਾ ਦੈਟ ਇਜ਼ ਗੈਟਿੰਗ ਇਨਕਰੀਜ਼ਡ with that we are getting the high amount of EMF। ਇਹਦਾ ਮਤਲਬ ਕੀ ਹੈ, ਜਿੰਨੀ ਜ਼ਿਆਦਾ ਆਪਾਂ ਮਸ਼ੀਨ ਦੇ ਵਿੱਚ ਫੋਰਸ ਲਾਵਾਂਗੇ, ਜਿੰਨਾ ਜ਼ਿਆਦਾ ਆਪਾਂ ਉਹਨੂੰ ਜ਼ੋਰ ਦੀ ਘੁਮਾਵਾਂਗੇ ਤੇ ਜਿੰਨਾ ਜ਼ਿਆਦਾ ਉੱਥੇ ਫਲਕਸ ਹੋਊਗਾ, ਹੈ ਨਾ, ਤਾਂ ਉਨੀ ਹੀ ਆਪਣੇ ਕੋਲ EMF ਦੀ ਵੈਲਿਊ ਜ਼ਿਆਦਾ ਹੋਊਗੀ। ਇਸ ਕਰਕੇ ਜਿਹੜੇ ਲਾਰਜ ਜਨਰੇਟਰਸ ਹੁੰਦੇ ਨੇ ਉਹਨਾਂ ਨੂੰ ਹੋਰ ਜ਼ਿਆਦਾ ਪਾਵਰ ਦੀ ਲੋੜ ਪੈਂਦੀ ਹੈ ਘੁਮਾਉਣ ਦੀ। ਠੀਕ ਹੈ ਜੀ? ਓਕੇ, ਇਸ ਕਰਕੇ ਬਹੁਤ ਵੱਡੀਆਂ ਵੱਡੀਆਂ ਟਰਬਾਈਨਸ ਆ ਜਿਹੜੀਆਂ ਉਹ ਯੂਜ਼ ਕੀਤੀਆਂ ਜਾਂਦੀਆਂ। ਇਨਫੈਕਟ ਟਰਬਾਈਨਸ ਜਿਹੜੀਆਂ ਸੈਗਮੈਂਟਸ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ। ਠੀਕ ਹੈ, ਇੱਕ 'ਚ ਬਲੇਡ ਜ਼ਿਆਦਾ ਹੁੰਦੇ ਨੇ, ਇੱਕ 'ਚ ਬਲੇਡ ਘੱਟ ਹੁੰਦੇ ਨੇ, ਉਸ 'ਚ ਏਰੀਆ ਜ਼ਿਆਦਾ ਹੁੰਦਾ ਹੈ ਨਾ, ਤਾਂ ਇਸ ਤਰ੍ਹਾਂ ਦੀ ਵੇਰੀਏਸ਼ਨ ਲਾ ਕੇ ਤਾਂ ਕਿ ਇਕੁਅਲ ਅਮਾਊਂਟ ਆਫ ਫੋਰਸ ਲੱਗੇ ਅਤੇ ਫੋਰਸ ਜਿਹੜੀ ਆ ਉਹ ਹਿਊਜ ਅਮਾਊਂਟ ਦੇ ਵਿੱਚ ਲੱਗੇ, ਸਮ ਅਪ ਹੋ ਕੇ ਲੱਗੇ। ਇਸ ਤਰ੍ਹਾਂ ਹੁੰਦਾ ਜਿਵੇਂ ਦਿਸ ਇਜ਼ ਅ ਜਨਰੇਟਰ, ਦਿਸ ਇਜ਼ ਅ ਜਨਰੇਟਰ, ਇਹਦੀ ਇੱਕ ਸ਼ਾਫਟ ਹੋਏਗੀ, ਬਹੁਤ ਵੱਡੀ ਸ਼ਾਫਟ ਹੋਏਗੀ, ਇੱਥੇ ਟਰਬਾਈਨਾਂ 3 ਲਾਈਆਂ ਹੁੰਦੀਆਂ ਉਹਨਾਂ ਨੇ ਇਸ ਤਰ੍ਹਾਂ। ਇਹ ਦਿਸ ਇਜ਼ ਦ ਸਿੰਬਲ ਆਫ ਟਰਬਾਈਨ, ਆਈ ਹੋਪ ਯੂ ਨੋ। ਦਿਸ ਇਜ਼ ਦ ਸਿੰਬਲ ਆਫ ਟਰਬਾਈਨ। ਇਹ ਟਰਬਾਈਨਸ ਹੁੰਦੀਆਂ, ਇਸ ਦੇ ਵਿੱਚ ਜਿਹੜੇ ਨੰਬਰ ਆਫ ਬਲੇਡਸ ਨੇ ਉਹ ਜ਼ਿਆਦਾ ਹੁੰਦੇ ਨੇ ਅਤੇ ਇਹਦਾ ਏਰੀਆ ਜਿਹੜਾ ਹੁੰਦਾ ਘੱਟ ਹੁੰਦਾ। ਇਸ ਦੇ ਵਿੱਚ ਏਰੀਆ ਜਿਹੜਾ ਐਜ਼ ਕੰਪੇਅਰ ਟੂ ਦਿਸ ਵਨ ਇਜ਼ ਬਿਟ ਲਾਰਜਰ ਅਤੇ ਨੰਬਰ ਆਫ ਬਲੇਡਸ ਜਿਹੜੇ ਨੇ ਘੱਟਦੇ ਜਾਂਦੇ ਨੇ। ਇਸ ਦੇ ਵਿੱਚ ਏਰੀਆ ਬਹੁਤ ਜ਼ਿਆਦਾ ਵੱਡਾ ਹੁੰਦਾ ਬਿਕੋਜ਼ ਦਿਸ ਇਜ਼ ਅ ਬਿਗ ਟਰਬਾਈਨ। ਇਸ ਦੇ ਵਿੱਚ ਜਿਹੜਾ ਏਰੀਆ ਹੁੰਦਾ ਦੈਟ ਇਜ਼ ਵੈਰੀ ਹਾਈ ਅਤੇ ਨੰਬਰ ਆਫ ਬਲੇਡਸ ਜਿਹੜੇ ਨੇ ਉਹ ਘੱਟ ਹੁੰਦੇ ਨੇ। ਓਕੇ, ਤਾਂ ਇਸ ਤਰ੍ਹਾਂ 3 ਟਰਬਾਈਨਾਂ ਇੱਕੋ ਸ਼ਾਫਟ ਦੇ ਨਾਲ ਕਪਲ ਕੀਤੀਆਂ ਹੁੰਦੀਆਂ ਤਾਂ ਕਿ ਅਲੱਗ-ਅਲੱਗ ਜਿਹੜੀ ਵੇਰੀਏਸ਼ਨ ਹੈ ਸਟਰੀਮ ਦੀ ਹੈ ਉਹ ਇਸ 'ਤੇ ਪੁੱਟ ਅਪ ਕੀਤੀ ਜਾਵੇ ਅਤੇ ਆਪਾਂ ਸਟਰੀਮ 'ਚੋਂ ਜਿਹੜੀ ਐਨਰਜੀ ਹੈ ਉਹ ਐਕਸਟਰੈਕਟ ਕਰ ਸਕੀਏ। ਦ ਮਕੈਨੀਕਲ ਐਨਰਜੀ ਦੈਟ ਕੈਨ ਬੀ ਐਕਸਟਰੈਕਟਡ ਫਰੋਮ ਦ ਸਟਰੀਮ ਐਂਡ ਵੀ ਕੈਨ ਰੋਟੇਟ ਦਿਸ ਜਨਰੇਟਰ। ਓਕੇ, ਇਹ ਜਨਰੇਟਰ ਦੀ ਲੈਂਥ ਵੀ ਬਹੁਤ ਵੱਡੀ ਹੁੰਦੀ ਹੈ, ਐਂ ਕਰੋ ਵੀ 15 ਤੋਂ 20 ਫੁੱਟ ਦੀ ਲੈਂਥ ਹੁੰਦੀ ਹੈ। ਓਕੇ, ਡਿਪੈਂਡ ਅਪੋਨ ਦ ਕੈਪੈਸਿਟੀ ਆਫ ਦ ਜਨਰੇਟਰ। ਠੀਕ ਹੈ ਜੀ, ਕਲੀਅਰ ਹੈ? चलिए जी आगे। Okay, the armature of a DC machine is made of silicon steel lamination. Yes, it is made of silicon steel lamination to reduce the both hysteresis and the eddy current losses. Okay, ताकि लॉस करंट जो थोड़ा जा वो कट हो गई। The answer should be D or A. What do you think? Silicon steel laminations. हाँ जी, यस डी सर। डी आएगा, क्यों जी? हाँ जी, दसो जसकਰਨ जी क्यों आएगा? ਸਰ ਇੱਕ ਤਾਂ ਉਹਦੇ ਚ ਜਿਹੜੀ ਲੈਮੀਨੇਸ਼ਨ ਹੈ ਜੀ ਉਹ ਦੋ ਉਹਨਾਂ ਨੂੰ ਰਿਕਵਰ ਕਰਕੇ ਰੱਖਦੀ ਹੈ ਜੀ। ਓਕੇ, ਹਾਈਡਰੇਸਿਸ ਨੂੰ ਵੀ ਤੇ ਐਡੀ ਕਰੰਟ ਨੂੰ ਵੀ। ਓਕੇ, ਠੀਕ ਹੈ। ਹਾਂਜੀ ਹਾਂ, ਉਹ ਜਿਹੜਾ ਆਪਣਾ ਮੀਕਾ ਹੁੰਦਾ ਹੈਗਾ ਨਾ ਉਹਦੇ ਉੱਪਰ ਚਿੱਟਾ ਜਿਹਾ ਪੇਪਰ ਹੁੰਦਾ ਹੈਗਾ ਜੀ। ਠੀਕ ਹੈ। ਹਾਂਜੀ ਹਾਂ, ਉਹ ਉਹਨੂੰ ਪੂਰਾ ਪ੍ਰੋਟੈਕਟ ਕਰਦੀ, ਉਹਦੇ ਉੱਪਰ ਟਾਰਨਿਸ਼ ਕੀਤੀ ਵੀ ਹੁੰਦੀ ਹੈ ਜੀ। ਠੀਕ ਹੈ ਜੀ, ਉਹਦੇ ਉੱਪਰ ਇੱਕ ਜੇ ਇੱਥੇ ਇਕੱਲਾ ਸਿਲੀਕੋਨ ਸਟੀਲ ਲਿਖਿਆ ਹੁੰਦਾ ਤਾਂ ਆਉਣਾ ਸੀਗਾ ਹਿਸਟੈਰੀਸਿਸ ਲੋਸ। ਜੇ ਇੱਥੇ ਲੈਮੀਨੇਸ਼ਨ ਲਿਖਿਆ ਹੁੰਦਾ ਸੀ ਫਿਰ ਆਉਣਾ ਸੀਗਾ ਆਪਣਾ ਐਡੀ ਕਰੰਟ ਲੋਸ। ਬਟ ਦਿਸ ਇਜ਼ ਸਿਲੀਕੋਨ ਸਟੀਲ ਲੈਮੀਨੇਸ਼ਨਸ। ਇਹਨੇ ਮਟੀਰੀਅਲ ਵੀ ਦੱਸਤਾ ਅਤੇ ਲੈਮੀਨੇਸ਼ਨਸ ਵੀ ਦੱਸਤਾ।
ओके सिलिकॉन स्टील ਜਿਹੜਾ ਉਹ ਹਿਸਟੈਰਿਸਿਸ ਲਾਸ ਵਾਸਤੇ ਯੂਜ਼ ਹੋ ਗਿਆ ਤੇ ਲੈਮੀਨੇਸ਼ਨ ਜਿਹੜਾ ਉਹ ਐਡੀ ਕਰੰਟ ਵਾਸਤੇ ਯੂਜ਼ ਹੋ ਗਿਆ ਸੋ ਦ ਆਨਸਰ ਵੁੱਡ ਬੀ ਡੀ ਓਕੇ the principle of dynamically induced EMF is utilized in the generator. We know that K d phi by dt that is equal to EMF generated, the rate of change in flux with respect to time that induces the EMF. So this is a dynamically induced EMF in which what is happening, one coil is in a mechanical motion. Okay, ਕਿਸੇ ਚ dynamic ਦਾ ਮਤਲਬ ਹੁੰਦਾ motion ਕਿਸੇ ਚੀਜ਼ ਦੇ ਵਿੱਚ ਹੋਣਾ. So this answer is C. Okay. In lap winding, the number of brushes is always the same as that of number of poles. जिन्ने उत्थे poles होंगे उन्ने ही lap winding ਦੇ ਵਿੱਚ brushes use ਕੀਤੇ ਜਾਂਦੇ ਨੇ ਓਕੇ ਇਹਨੂੰ ਥੋੜਾ ਜਿਹਾ ਯਾਦ ਕਰ ਲਓ ਓਕੇ ਕਿਉਂ ਹੁੰਦੇ ਨੇ ਆਫ ਕੋਰਸ ਫॉर द ਪੈਰਲਲ ਪਾਸ lap winding ਹੈ ਤਾਂ ਆਪਾਂ ਇੱਥੋਂ ਕਰੰਟ ਹੀ ਕਰੰਟ ਐਕਸਟ੍ਰੈਕਟ ਕਰਨਾ ਤਾਂ ਉਸ ਹਿਸਾਬ ਨਾਲ ਇੱਥੇ ਨੰਬਰ ਆਫ ਬ੍ਰਸ਼ਿਸ ਵੀ ਜ਼ਿਆਦਾ ਲਾਏ ਜਾਂਦੇ ਨੇ ਤਾਂ ਕਿ ਇਨ ਦਾ ਐਂਡ ਆਪਣੇ ਕੋਲ ਕਰੰਟ ਦੀ ਅਮਾਊਂਟ ਜ਼ਿਆਦਾ ਹੀ ਆਵੇ ओके नहीं तो आप पहले ही वेव बाउंडिंग यूज़ कर लेंगे आपको ब्रश से फिर पैसे क्यों लाने ठीक है A lap wound DC machine has 400 conductors and 8 poles. The voltage induced per conductor is 2 volt. The machine generates a voltage of हाँ जी A lap wound DC machine has 400 conductors and 8 poles हाँ जी Each conductor has a voltage of 2 volt है ना ਤਾਂ ਕੀ ਹੋਏਗਾ ਨੰਬਰ ਆਫ EMF in each conductor multiply by the number of conductors ठीक है ना since they are in parallel ਤਾਂ ਜਿੰਨੇ parallel path ਹੈ that would be equal to number of poles ਤਾਂ divide by 8 ਹੋ ਜਾਏਗਾ so answer would be 100 volt okay EMF induced would be 100 volt okay ਜੇ ਇਹ wave bound ਹੁੰਦਾ ਫਿਰ ਕੀ ਕਰਦੇ ਫਿਰ ਤੁਸੀਂ ਕਰਦੇ 2 ਗੁਣਾ 400 ਬਟਾ 2 ਤਾਂ ਆਨਸਰ ਆ ਜਾਂਦਾ 400 ਠੀਕ ਹੈ ਜੀ ਤਾਂ 4 ਟਾਈਮਸ ਸਿੱਧੀ ਜਿਹੜੀ ਹੈਗੀ ਹੈ EMF ਵੱਧ ਜਾਂਦੀ ਠੀਕ ਹੈ ਜੀ ਓਕੇ ਵੈਲਡਿੰਗ ਜਨਰੇਟਰਸ ਵਿਲ ਹੈਵ ਜਿਹੜੀ ਗੱਲ ਕਰਕੇ ਆਤੇ ਹੈ they will have the lap winding because we need the high amount of current in the welding generators okay wave winding is employed in DC machine of ਜਿੱਥੇ ਲੋ ਕਰੰਟ ਦੀ ਵੈਲਿਊ ਹੁੰਦੀ ਹੈ ਵੇਵ ਵਾਈਂਡਿੰਗ ਕਿੱਥੇ ਯੂਜ਼ ਕਰਦੇ ਜਿੱਥੇ ਆਪਾਂ ਨੂੰ ਕਰੰਟ ਦੀ ਵੈਲਿਊ ਘੱਟ ਚਾਹੀਦੀ ਹੈ ਤੇ EMF ਦੀ ਵੈਲਿਊ ਜ਼ਿਆਦਾ ਚਾਹੀਦੀ ਹੈ ਓਕੇ ਸੋ ਦਾ ਆਨਸਰ ਵੁੱਡ ਬੀ ਬੀ ਦ ਲੋ ਕਰੰਟ ਐਂਡ ਦ ਹਾਈ ਵੋਲਟੇਜ ਰੇਟਿੰਗ ਓਕੇ ਅ ਡਮੀ ਕੋਇਲ ਇਨ DC ਮਸ਼ੀਨ ਇਜ਼ ਯੂਜ਼ਡ ਹੁਣ ਕੀ ਹੁੰਦਾ ਹੈ ਕਈ ਵਾਰ ਆਰਮੇਚਰ ਸਲੋਟਸ ਜਿਹੜੇ ਨੇ ਥੋੜ੍ਹੇ ਬਹੁਤ ਖਾਲੀ ਰਹਿ ਜਾਂਦੇ ਨੇ ਓਡ ਈਵਨ ਦੇ ਚੱਕਰ 'ਚ ਤਾਂ ਉੱਥੇ ਕੀ ਹੈ ਉਸ ਸਲੋਟ ਦੇ ਵਿੱਚ ਆਰਮੇਚਰ ਦੇ ਵਿੱਚ ਕਈ ਜਗ੍ਹਾ 'ਤੇ ਡਮੀ ਕਨੈਕਟਰ ਪਾਇਆ ਹੁੰਦਾ ਉਹ ਮਤਲਬ ਆਰਮੇਚਰ 'ਚ ਲਿੰਕ ਨਹੀਂ ਹੁੰਦਾ ਬਸ ਵੈਸੇ ਕਨੈਕਟਰ ਉੱਥੇ ਪਾਇਆ ਹੁੰਦਾ ਉਹ ਕਿਉਂ ਪਾਇਆ ਹੁੰਦਾ ਤਾਂ ਕਿ ਮਸ਼ੀਨ ਦਾ ਜਿਹੜਾ ਮਕੈਨੀਕਲ ਬੈਲੈਂਸ ਹੈ ਉਹ ਬਣਿਆ ਰਹੇ ਓਕੇ ਤੁਹਾਨੂੰ ਕਹਿੰਦੇ ਆ ਡਮੀ ਕੋਇਲ ਇਨ ਦ DC ਮਸ਼ੀਨ ਇਨ DC ਜਨਰੇਟਰ ਦਾ ਰਿਪਲਸ ਇਨ ਡਾਇਰੈਕਟ EMF ਆਰ ਰਿਡਿਊਸਡ ਬਾਈ ਇੰਪਲੋਇੰਗ ਹਾਂਜੀ ਹੁਣ ਆਪਾਂ ਕੱਲ੍ਹ ਕੀਤਾ ਸੀਗਾ ਵੀ ਇੱਥੇ ਕੀ ਹੁੰਦਾ ਹੈਗਾ ਨੰਬਰ ਆਫ ਪੋਲਸ ਹੈ ਨਾ ਬਹੁਤ ਬਣਾਏ ਹੋਏ ਨੇ ਅਤੇ ਇੱਥੇ ਕਮੋਡੇਟਰ ਦੇ ਵਿੱਚ ਆਪਾਂ ਵੈਲਿਊ ਜਿਹੜੇ ਨੇ ਨੰਬਰ ਆਫ ਸੈਗਮੈਂਟ ਜਿਹੜੇ ਪੈਰਲ ਪਾਥ ਨੇ ਉਸ ਦੇ ਅਕੋਰਡਿੰਗ ਆਪਣੇ ਕੋਲ ਇਸ ਤਰ੍ਹਾਂ ਦੀ ਵੇਵ ਫੋਰਮ ਬਣ ਜਾਂਦੀ ਸੀ ਰਾਈਟ ਜੇ ਇੱਥੇ ਮੰਨ ਲਓ 3 ਪੈਰਲ ਪਾਥ ਨੇ ਤਾਂ 3 ਤਰ੍ਹਾਂ ਦੀ ਵੇਵ ਇੱਕ ਸਿੰਗਲ ਦੇ ਵਿੱਚ ਬਣ ਜਾਂਦੀ ਹੈ ਓਕੇ ਦੀਜ਼ ਆਰ ਦ ਰਿਪਲਸ ਓਕੇ ਨਾਓ ਜਿੰਨੇ ਜ਼ਿਆਦਾ ਇੱਥੇ ਆਪਾਂ ਪੈਰਲ ਪਾਥ ਬਣਾਵਾਂਗੇ ਜਿੰਨੇ ਜ਼ਿਆਦਾ ਪੈਰਲ ਪਾਥ ਬਣਾਵਾਂਗੇ ਉਨੀ ਵੇਵ ਫੋਰਮ ਜਿਹੜੀ ਆ ਉਹ ਇਸ ਤਰ੍ਹਾਂ ਹੁੰਦੀ ਰਹੇਗੀ ਤਾਂ ਜਿੰਨੇ ਜ਼ਿਆਦਾ ਆਪਾਂ ਪੈਰਲ ਪਾਥ ਬਣਾਵਾਂਗੇ ਉਨੀ ਵੇਵ ਜਿਹੜੀ ਹੈ ਫੋਰਮ ਸਮੂਥ ਹੁੰਦੀ ਰਹੇਗੀ ਤਾਂ ਇਸ ਦਾ ਮਤਲਬ ਕੀ ਹੈ ਨੰਬਰ ਆਫ ਕਮੋਡੇਟਰਸ ਜਿਹੜੇ ਨੇ ਜੇ ਲਾਰਜ ਅਮਾਊਂਟ 'ਚ ਹੋਣਗੇ ਉਨੀ ਜ਼ਿਆਦਾ ਆਪਣੇ ਰਿਪਲਸ ਜਿਹੜੇ ਨੇ ਉਹ ਰਿਡਿਊਸ ਹੋਣਗੇ ਦਿਸ ਇਜ਼ ਅ ਰਿਪਲ ਓਕੇ ਇਹ ਹਿਊਜ ਹੈ ਦਿਸ ਇਜ਼ ਬਿਗ ਠੀਕ ਹੈ ਨਾ ਪਰ ਜੇ ਇਹੀ ਜਸਟ ਇਹ ਇਸ ਤਰ੍ਹਾਂ ਹੋਏਗਾ ਹੈ ਨਾ ਤਾਂ ਇਨ ਦਾ ਐਂਡ ਇਹ ਬਹੁਤ ਸਮੂਥ ਵੇਵ ਫਾਰਮ ਬਣ ਜਾਂਦੀ ਓਕੇ ਸੋ ਇੰਪਲੋਇਮੈਂਟ ਆਫ ਦ ਲਾਰਜ ਕਮੋਡੇਟਰ ਸੈਗਮੈਂਟਸ ਵਿਲ reduce the ripples in the DC waveform okay in DC machines the armature windings are placed on the rotor because of the necessity of commutation we need the commutation we need to have a DC voltage which is very easy over here otherwise ਜੇ ਮੰਨ ਲਓ ਤੁਹਾਡੇ ਸਟੇਟਰ ਤੇ ਇੰਡਿਊਸਡ EMF ਆਪਣੀ ਬਣ ਜੇ ਜਿਹੜੀ ਕਿ ਅਲਟਰਨੇਟਿੰਗ ਹੋਵੇ ਤਾਂ ਇਹਦੇ ਲਈ ਤੁਹਾਨੂੰ ਕੀ ਕਰਨਾ ਪਊਗਾ ਇਹਦੇ ਲਈ ਤੁਹਾਨੂੰ ਹਾਂਜੀ ਪਾਵਰ ਇਲੈਕਟ੍ਰੋਨਿਕਸ ਦੇ ਡਿਵਾਈਸਿਸ ਲਾਣੇ ਪੈਣਗੇ ਜਿਹੜੇ ਇਸ ਨੂੰ AC ਤੋਂ DC ਕਨਵਰਟ ਕਰਨਗੇ
ठीक है, एडी ह्यूज अमाउंट ऑफ पावर जी इंड्यूस होगी उन्होंने DC कन्वर्ट करने वाली थोड़ी जी कोस्ट है वो बहुत ज़्यादा बढ़ जाएगी। तो इस करके मकैनिकल जोड़ा सिस्टम है उसका सहारा लेता जाता। दिस कैन बी एक मकैनिकल सिस्टम, इलैक्ट्रोमैकेनिकल सिस्टम, ठीक है ना, भी वो रोटेट भी करता है तो वो अकॉर्डिंग आप DC पावर जी है वो ले ली। ओके, सो द कम्यूटेशन इज द नसैसिटी। ओके, the factors responsible for the rapid wear of brushes are high mica insulations between the commutator bars, excessive spring pressure, aberration from the dust, मैं कल ਕੀਤੀ ਸੀ ਗੱਲ aberration ਕਹਿੰਦੇ ਹੈਗੇ, okay, rough commutation bars, all of the above, everything is responsible। mica sheets ਨਾ commutator segment ਹੈ, ਇਸ ਦੇ ਵਿੱਚ ਥੋੜਾ ਬਰੀਕ ਜਿਹਾ ਐਲੀਮੈਂਟ ਪਾ ਕੇ this is mica, okay, ਤਾਂ ਇਹਦਾ ਸਰਫੇਸ ਥੋੜਾ ਜਿਹਾ ਰਫ ਹੁੰਦਾ ਐਜ਼ ਕੰਪੇਅਰ ਟੂ ਦਿਸ ਮੈਟਲ ਪਾਰਟ। ਤਾਂ ਜਦੋਂ ਬਰਸ਼ ਜਿਹੜਾ ਇੱਥੋਂ ਤੋਂ ਲੈ ਕੇ ਮੰਨ ਲਓ ਇੱਥੇ ਬਰਸ਼ ਹੈ ਇਸ ਨਾਲ ਟੱਚ ਕਰ ਰਿਹਾ ਹੈਗਾ ਤਾਂ ਇਹ ਇੱਧਰ ਨੂੰ ਮੂਵ ਕਰ ਰਿਹਾ ਹੈ ਨਾ ਰੋਟੇਸ਼ਨ ਦੇ ਵਿੱਚ, ਤਾਂ ਇਹ ਜਿਹੜਾ ਰਫ ਪਾਰਟ ਹੈ ਬਰਸ਼ ਨੂੰ ਥੋੜਾ ਡੈਮੇਜ ਕਰਦਾ ਹੈ। ਓਕੇ, ਜੇ ਮੰਨ ਲਓ ਇਸ ਦੇ ਵਿੱਚ ਡਸਟ ਪਾਰਟ ਆ ਜੇ ਤਾਂ ਉਹ ਵੀ ਬਰਸ਼ ਜਿਹੜਾ ਆਪਣਾ ਗ੍ਰੇਫਾਈਟ ਦਾ ਬਰਸ਼ ਹੈ ਉਸ ਨੂੰ ਖਰਾਬ ਕਰਦਾ ਹੈ। ਓਕੇ, ਜੇ ਮੰਨ ਲਓ ਕਮੂਟੇਟਰ ਦੇ ਜਿਹੜੇ ਬਾਰਸ ਨੇ ਇਹ ਵਾਲੇ ਇਹ ਥੋੜ੍ਹੇ ਜਿਹੇ ਰਫ ਨੇ ਤਾਂ ਇਹ ਵੀ ਬਰਸ਼ ਨੂੰ ਖਰਾਬ ਕਰਨਾ, ਤਾਂ all of above would be the reason। ਠੀਕ ਹੈ ਜੀ। The dummy coils in a DC machine are useful to, well, ਆਪਾਂ ਕਰ ਚੁੱਕੇ I think, ਹੈ ਨਾ, maintain the mechanical balance of the armature। In DC generator the ripples in direct दोबारा ਕਿਵੇਂ ਆ ਜਾਂਦਾ, this is same, okay, the commutator with a large number of segments। 250 volt DC generator is run at speed with no excitation, the open circuit voltage will be, हाँ जी, ਹੁਣ ਇਹ ਕੀ ਕਹਿ ਰਿਹਾ ਹੈਗਾ, ਕਹਿੰਦਾ DC ਜਨਰੇਟਰ ਹੈ ਇਹਦੇ ਵਿੱਚ ਜਿਹੜਾ ਰੋਟਰ ਹੈ ਇਹਨੂੰ ਆਪਾਂ ਕੋਈ ਵੀ ਜਿਹੜੀ EMF ਹੈ ਉਹ ਨਹੀਂ ਦਿੱਤੀ, ਕੋਈ EMF ਨਹੀਂ ਦਿੱਤੀ, ਤੇ ਇਹਨੂੰ ਘੁਮਾਤਾ, ਇਹਨੂੰ ਫੁੱਲ ਰੇਟਡ ਸਪੀਡ ਤੇ ਜਿਹੜੀ ਦੇ ਘੁਮਾਤਾ, ਕਿ ਇਹਦੇ ਜਿਹੜੇ ਇਸ 'ਚ ਵੈਲਿਊ ਕੋਈ ਪੁੱਟ ਅਪ ਹੋਏਗੀ, ਲਾਈਕ ਹੈ ਨਾ, ਇੱਥੇ ਜਿਹੜੀ ਹੈ ਕੋਈ EMF ਦੀ ਵੈਲਿਊ ਪੁੱਟ ਅਪ ਹੋਏਗੀ, ਇਹ ਕਹਿੰਦਾ ਹੋਏਗੀ ਬਟ ਇਨ ਸਮੋਲ ਅਮਾਊਂਟ 2 to 3 ਵੋਲਟ। ਵਾਈ? ਬਿਕੋਜ਼ ਜਿਹੜੇ ਇਹਦੇ ਸਟੇਟਰ ਦੇ ਜਿਹੜੇ ਉੱਪਰ ਪੋਲ ਲੱਗੇ ਹੋਏ ਨੇ ਹੈ ਨਾ, ਨਾਰਥ ਪੋਲ ਸਾਊਥ ਪੋਲ ਜਿਹੜੇ ਹੋਣਗੇ, ਠੀਕ ਹੈ, ਤਾਂ ਉਹਨਾਂ ਦੇ 'ਚ ਕੁਛ ਰੈਮੀਨੈਂਟ ਮੈਗਨੈਟਿਕ ਫੀਲਡ ਹੋਏਗੀ ਜਿਹਦੇ ਕਰਕੇ ਹਲਕੀ ਜਿਹੀ EMF ਉਸ ਦੇ ਵਿੱਚ ਪ੍ਰੋਡਿਊਸ ਹੋਏਗੀ, ਦੈਟ ਵੁੱਡ ਬੀ 2 to 3 ਵੋਲਟ। ਓਕੇ, ਸੋ ਵੈਰੀ ਸਮੋਲ EMF would be there। At certain speed the flux, the voltage generator, certain speed and flux, the voltage generated by DC generator is 230 volt। If the speed is increased by 20% and flux is simultaneously reduced by 10%, the voltage will be, now we know that कि जो EMF है that is directly proportional to speed and flux। now the speed is reduced by 20%, so n became, let's say, 0.8 and flux is increased by 10%, that it became 1.1। so the EMF would be equal to 1.1 into 0.8, the increase in EMF would be there। okay, तो ਇਹਦਾ ਆਨਸਰ ਆਏਗਾ 1.08, ਇਟ ਮੀਨਸ 8% ਜਿਹੜੀ ਹੈ EMF ਜਿਹੜੀ ਹੈ ਉਹ ਇੰਕਰੀਜ਼ ਕਰ ਜਾਏਗੀ। ਸੋ ਦਾ ਆਨਸਰ ਵੁੱਡ ਬੀ 8%। ਠੀਕ ਹੈ ਜੀ, ਕਲੀਅਰ ਹੈ? ਦਿਸ ਇਜ਼ ਅ ਗੁੱਡ ਕੁਐਸਚਨ, ਦਿਸ ਇਜ਼ ਰੀਅਲੀ ਅ ਗੁੱਡ ਕੁਐਸਚਨ। ਓਕੇ, ਨੀਦਰ ਟਫ ਨੀਦਰ easy। Field system of an alternator is usually excited at 250 by 250 DC। एक फैक्चुअल जी इन्फॉर्मेशन है, 250 वोल्ट के अराउंड ਉਹਦੀ ਜਿਹੜੀ ਫੀਲਡ ਵਾਈਂਡਿੰਗ ਹੈ ਜਨਰੇਟਰ ਦੀ ਉਸਨੂੰ ਐਕਸਾਈਟ ਕੀਤਾ ਜਾਂਦਾ ਹੈ। ਓਕੇ, ਜਿਹੜੇ ਇੱਥੇ ਨਾਰਥ ਪੋਲ ਤੇ ਸਾਊਥ ਪੋਲ ਨੇ ਉਸਨੂੰ ਐਕਸਾਈਟ ਕੀਤਾ ਜਾਂਦਾ। ਹਾਈਡਰੋ ਜਨਰੇਟਰਸ ਆਰ ਜਨਰਲੀ ਇੰਪਲੋਇਡ ਟੂ ਰਨ ਐਟ ਵਿਚ RPM। ਹੁਣ ਤੁਹਾਨੂੰ ਡਿਫਰੈਂਸ ਦੱਸ ਦਿੰਦਾ ਹਾਈਡਰੋ ਜਨਰੇਟਰ ਤੇ ਆਪਣੇ ਥਰਮਲ ਦੇ ਜਨਰੇਟਰਾਂ ਦਾ। ਹਾਈਡਰੋ ਦੇ ਜਨਰੇਟਰ ਜਿਹੜੇ ਹੁੰਦੇ ਆ ਉਹਨਾਂ ਦਾ ਰੇਡੀਅਸ ਜਿਹੜਾ ਤੁਸੀਂ ਚਾਹੇ ਨੋਟ ਕਰ ਲਓ, ਰੇਡੀਅਸ ਇਜ਼ ਵੈਰੀ ਮਚ ਹਾਈ ਐਂਡ ਦੇਅਰ ਲੈਂਥ, the length of the cylinder is very much low in comparison to thermal generator where the radius is very small and length is very high। मैं तुहानूं दस्सिया सी ना length 15 ਤੋਂ 20 फुट ਹੁੰਦੀ है ना, ਤੇ ਜਿਹੜਾ ਰੇਡੀਅਸ ਹੈ ਉਹ ਐਂ ਕਹਿ ਲਓ ਵੀ 4 ਜਾਂ 5 ਮੀਟਰ ਦਾ 3 ਜਾਂ 4 ਮੀਟਰ ਦੇ ਵਿੱਚ ਵੇਰੀ ਕਰਦਾ। ਇੱਥੇ ਜਿਹੜਾ ਰੇਡੀਅਸ ਹੈ ਦੈਟ ਇਜ਼ ਫਰੋਮ 5 to 6 ਮੀਟਰ।
ਤੇ ਜਿਹੜੀ ਲੈਂਥ ਹੈ ਉਹ ਜਿਹੜੀ ਹੈਗੀ ਹੈ ਹਾਰਡਲੀ 6 ਤੋਂ 7 ਮੀਟਰ ਦੀ ਨਹੀਂ, ਘੱਟ ਹੀ ਹੁੰਦੀ ਹੈ, 3 ਤੋਂ 4 ਮੀਟਰ ਦੀ ਲੈਂਥ ਹੀ ਹੁੰਦੀ ਹੈ ਸਾਰੀ। ਮਤਲਬ ਕੀ ਹੈਗਾ ਇਹਦਾ, ਜਿਹੜਾ ਹਾਈਡਰੋ ਪਲਾਂਟ ਦਾ ਜਿਹੜਾ ਜਨਰੇਟਰ ਹੈ ਉਹ ਇਸ ਤਰ੍ਹਾਂ ਪਲੇਸ ਕੀਤਾ ਹੁੰਦਾ, ਇਸ ਸਿਲੰਡਰੀਕਲ ਸ਼ੇਪ ਦੇ ਵਿੱਚ ਹੁੰਦਾ, ਓਕੇ, ਕਿਉਂਕਿ ਇਸ ਦੇ ਵਿੱਚ ਨੰਬਰ ਆਫ ਪੋਲਸ ਜਿਹੜੇ ਨੇ ਉਹ ਜ਼ਿਆਦਾ ਲਾਏ ਹੁੰਦੇ ਨੇ ਇੱਥੇ ਸਟੇਟਰ ਦੇ ਆਸ-ਪਾਸ, ਠੀਕ ਹੈ। ਤਾਂ ਇਹਦਾ ਰੇਡੀਅਸ ਜਿਹੜਾ ਜ਼ਿਆਦਾ ਹੁੰਦਾ, ਇਹਦੀ ਜਿਹੜੀ ਆ ਹਾਈਟ ਹੈ ਇਹ ਘੱਟ ਹੁੰਦੀ ਹੈ। ਥਰਮਲ ਪਲਾਂਟ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ, ਉਸ ਦੇ ਵਿੱਚ ਉਹਦਾ ਰੇਡੀਅਸ ਜਿਹੜਾ ਆਹ ਰੇਡੀਅਸ ਹੈ ਇਹ ਘੱਟ ਹੁੰਦਾ, ਤੇ ਇਹਦੀ ਲੈਂਥ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ, ਠੀਕ ਹੈ। ਤਾਂ ਆਫਕੋਰਸ ਇੱਥੇ ਨੰਬਰ ਆਫ ਪੋਲਸ ਜਿਹੜੇ ਨੇ ਉਹ ਘਟਣਗੇ, ਬਿਕੋਜ਼ ਸਪੇਸ ਹੀ ਹੈ ਨਹੀਂ। ਇੱਥੇ 2 ਪੋਲ ਮਸ਼ੀਨ ਹੁੰਦੀ ਹੈ ਜਾਂ 4 ਪੋਲ, 2 ਪੋਲ ਮਸ਼ੀਨ ਹੀ ਹੁੰਦੀ ਹੈ ਵੈਸੇ ਤਾਂ, ਠੀਕ ਹੈ। ਤੇ ਇੱਥੇ ਜਿਹੜੀ ਆਪਣੇ ਕੋਲ ਜ਼ਿਆਦਾ ਪੋਲਸ ਦੀ ਮਸ਼ੀਨ ਹੁੰਦੀ ਹੈ, ਓਕੇ, ਤੁਸੀਂ ਉਹ ਕੱਢ ਵੀ ਸਕਦੇ ਹੋ ਵੀ। ਮੰਨ ਲਓ ਤੁਹਾਡੇ ਕੋਲ ਫ੍ਰੀਕੁਐਂਸੀ ਇਜ਼ ਇਕੁਅਲ ਟੂ 50 ਹਰਟਜ਼ ਹੈ, ਠੀਕ ਹੈ, ਤੇ RPM ਇਜ਼ ਇਕੁਅਲ ਟੂ ਕਿੰਨਾ ਹੈ 500 ਹੈ ਸਪੀਡ ਤੁਹਾਡੇ ਕੋਲ, ਤਾਂ ਨੰਬਰ ਆਫ ਪੋਲਸ ਕਿੰਨੇ ਹੋਣਗੇ। ਹਾਂਜੀ, ਕੀ ਫਾਰਮੂਲਾ ਹੁੰਦਾ ਜੀ, N ਇਜ਼ ਇਕੁਅਲ ਟੂ ਬਾਈ P, ਹਾਂਜੀ, ਤਾਂ P ਕਿੰਨੇ ਆ ਜਾਣਗੇ 500 ਦੇ ਅਗੇਂਸਟ ਕਰਕੇ ਦੇਖੋ, 500 RPM ਦੇ ਅਗੇਂਸਟ ਕਿੰਨੇ ਪੋਲਸ ਆ ਜਾਣਗੇ 12 ਪੋਲ, ਰਾਈਟ, 12 ਪੋਲ ਮਸ਼ੀਨ। ਨਾਓ ਇਨ ਕੇਸ ਆਫ ਥਰਮਲ ਪਲਾਂਟ ਜਿਹੜੀ ਆ ਸਪੀਡ ਪਤਾ ਕਿੰਨੀ ਹੁੰਦੀ ਹੈ, ਦੈਟ ਇਜ਼ 3000 RPM। ਇਹਦੇ ਕਿੰਨੇ ਨੰਬਰ ਆਫ ਪੋਲਸ ਆ ਜਾਣਗੇ ਜੀ, ਦੇਖੋ 2 ਪੋਲਸ ਆ ਗਏ, ਹਾਂਜੀ, ਓਕੇ, ਹੋ ਗਿਆ ਕਲੀਅਰ ਸਭ ਨੂੰ। ਹਾਈਡਰੋ ਪਲਾਂਟ ਦੇ ਵਿੱਚ ਜਿਹੜੀ ਮਸ਼ੀਨ ਹੈ ਤੇ ਥਰਮਲ ਪਲਾਂਟ ਦੇ ਵਿੱਚ ਜਿਹੜੀ ਮਸ਼ੀਨ ਹੋਏਗੀ, ਇਸ ਦੇ ਵਿੱਚ ਰੇਡੀਅਸ ਇਹਦਾ ਜ਼ਿਆਦਾ ਹੋਏਗਾ, ਇਹਦਾ ਰੇਡੀਅਸ ਘੱਟ ਹੋਏਗਾ, ਇਹਦੀ ਲੈਂਥ ਜਿਹੜੀ ਹੈ ਉਹ ਘੱਟ ਹੋਏਗੀ, ਇਹਦੀ ਲੈਂਥ ਜਿਹੜੀ ਹੈ ਉਹ ਜ਼ਿਆਦਾ ਹੋਏਗੀ। ਇਸ 'ਚ ਨੰਬਰ ਆਫ ਪੋਲਸ ਜਿਹੜੇ ਨੇ ਉਹ 12 ਹੋਣਗੇ ਅਰਾਊਂਡ, ਇਸ ਵਿੱਚ ਨੰਬਰ ਆਫ ਪੋਲਸ ਜਿਹੜੇ ਨੇ 2 ਹੋਣਗੇ। ਇਸ ਦੀ ਜਿਹੜੀ ਸਪੀਡ ਹੈ ਦੈਟ ਇਜ਼ ਰਿਡਿਊਸਡ, ਇਹਦੀ ਸਪੀਡ ਬਹੁਤ ਜ਼ਿਆਦਾ ਹਾਈ ਹੁੰਦੀ ਹੈ। ਸਪੀਡ ਕਿੰਨੀ ਹੁੰਦੀ ਹੈ 1500 RPM, ਇੱਥੇ ਹੁੰਦੀ ਹੈ 3000 RPM, ਓਕੇ। ਇਹਨੂੰ ਕਹਿੰਦੇ ਨੇ ਟਰਬੋ ਜਨਰੇਟਰ, ਦਿਸ ਇਜ਼ ਨੋਨ ਐਜ਼ ਦ ਟਰਬੋ ਸਪੀਡ, ਓਕੇ, ਇਹਨੂੰ ਟਰਬੋ ਸਪੀਡ ਵੀ ਕਹਿੰਦੇ ਨੇ, ਠੀਕ ਹੈ ਜੀ, ਕਲੀਅਰ ਹੈ, ਹੋਰ ਤਾਂ ਨਹੀਂ ਵੀਰੇ, ਓਕੇ। ਇਨ ਕੇਸ ਆਫ ਟਰਬੋ ਅਲਟਰਨੇਟਰ ਹੇਅਰ ਇਟ ਇਜ਼ ਕੇਮ, ਹੈ ਨਾ, ਇਨ ਕੇਸ ਆਫ ਟਰਬੋ ਅਲਟਰਨੇਟਰ ਦ ਰੋਟਰ ਇਜ਼ ਮੇਡ ਆਫ, ਹਾਂਜੀ, BHEL ਦੇ ਵਿੱਚ ਜਿਹੜਾ ਆਪਣੇ ਲੱਗੇ ਹੋਏ ਨੇ ਪਲਾਂਟ, ਹੈ ਨਾ, ਸਾਰੇ BHEL ਦੇ ਜਿਹੜੇ ਜਨਰੇਟਰ ਨੇ ਉਹ ਲੱਗੇ ਹੋਏ ਨੇ ਆਲਮੋਸਟ, ਹੈ ਨਾ। ਤਾਂ ਜਿਹੜਾ ਉਸ ਦੇ ਵਿੱਚ ਜਿਹੜਾ ਰੋਟਰ ਹੈ ਨਾ, ਰੋਟਰ ਪਾਰਟ ਹੈ, ਦਿਸ ਇਜ਼ ਏ, ਹੈ ਨਾ, ਤਾਂ ਇੱਕ ਬਹੁਤ ਲੰਬੀ ਇੱਕ ਸ਼ਾਫਟ ਹੈ, ਠੀਕ ਹੈ। ਉਹਦਾ ਜਿਹੜਾ ਰੋਟਰ ਹੈ ਉਹਦੀ ਸਟੈਂਪਿੰਗ ਨਹੀਂ ਹੋਈ ਤੁਹਾਨੂੰ ਪਤਾ, ਆਪਾਂ ਜਿਵੇਂ ਛੋਟੀ ਮਸ਼ੀਨ ਕਰਦੇ ਨਾ ਆਰਮੇਚਰ ਦੀ ਆਪਾਂ ਸਟੈਂਪਿੰਗ ਕਰ ਜੋੜ ਕੇ ਬਣਾਉਂਦੇ ਹਾਂ, ਰਾਈਟ, ਕੀਤੀ ਸੀ ਨਾ ਗੱਲ। ਜਿਹੜਾ ਟਰਬੋ ਜਨਰੇਟਰ ਹੁੰਦੇ ਨਾ ਉਸ ਦੇ ਵਿੱਚ ਸਟੈਂਪਿੰਗ ਨਹੀਂ ਕੀਤੀ ਜਾਂਦੀ, ਉਹਦਾ ਰੀਜ਼ਨ ਕੀ ਹੈਗਾ, ਜੇ ਤੁਸੀਂ ਇੰਨੇ ਹਾਈ ਸਪੀਡ 'ਤੇ, ਹੈ ਨਾ, ਸਟੈਂਪਿੰਗਸ ਕਰਕੇ ਜੋੜੋਗੇ ਤਾਂ ਉਸ 'ਚ ਵਾਈਬ੍ਰੇਸ਼ਨਸ ਆਉਣਗੀਆਂ ਹੀ ਆਉਣਗੀਆਂ, ਓਕੇ, ਉਸ 'ਚ ਵਾਈਬ੍ਰੇਸ਼ਨਸ ਆਉਣਗੀਆਂ ਹੀ ਆਉਣਗੀਆਂ। ਛੋਟੇ ਛੋਟੇ ਪੱਤਿਆਂ ਨੂੰ ਜੋੜ ਕੇ ਤੁਸੀਂ ਇਕੱਠਾ ਕਰਕੇ ਉਸ ਨੂੰ ਰੋਟੇਟ ਕਰੋਗੇ ਤਾਂ ਉਸ 'ਚ ਵਾਈਬ੍ਰੇਸ਼ਨਸ ਆਉਣਗੀਆਂ, ਉਹ ਮਕੈਨੀਕਲੀ ਜਿਹੜੀ ਹੈਗੀ ਅਨਸਟੇਬਲ ਹੋਏਗੀ, ਓਕੇ। ਇਸ ਕਰਕੇ ਜਿਹੜਾ ਉਸ ਜਨਰੇਟਰ ਦਾ ਜਿਹੜੀ ਅੰਦਰਲਾ ਰੋਟਰ ਪਾਰਟ ਹੈ, ਦ ਆਰਮੇਚਰ ਪਾਰਟ ਹੈ, ਉਹ ਇੱਕ ਕਾਸਟ ਆਇਰਨ ਸਟੀਲ, ਮਤਲਬ ਪੂਰੇ ਦੇ ਪੂਰੀ ਫੁੱਲ ਬੋਡੀ ਸਟੀਲ ਹੁੰਦੀ ਹੈਗੀ, ਠੀਕ ਹੈ ਨਾ। ਇਹ ਪੂਰੀ ਮੋਟੀ ਸ਼ਾਫਟ ਹੁੰਦੀ ਹੈ, ਉਸ ਨੂੰ ਕੱਟ ਕਰਕੇ ਬਣਾਇਆ ਜਾਂਦਾ ਹੈ। ਉਸ ਨੂੰ ਕੱਟ ਕਰਕੇ ਕਿਸ ਸ਼ੇਪ 'ਚ ਬਣਾਇਆ ਜਾਂਦਾ ਹੈ, ਲੈਟ ਮੀ ਟੈਲ ਯੂ, ਉਸ ਨੂੰ ਇਸ ਸ਼ੇਪ ਦੇ ਵਿੱਚ ਬਣਾਇਆ ਜਾਂਦਾ ਹੈ, ਰਾਈਟ, ਤਾਂ ਕਿ ਇੱਥੇ ਆਪਾਂ ਵਾਊਂਡ ਜਿਹੜੀ ਹੈ ਕੋਇਲਸ ਜਿਹੜੀਆਂ ਵਾਈਂਡ ਕਰ ਸਕੀਏ। ਤਾਂ ਇਸ ਦੇ ਆਸ-ਪਾਸ ਜਿਹੜੀਆਂ ਕੋਇਲਸ ਵਾਊਂਡ ਕੀਤੇ ਨੇ ਤਾਂ ਕਿ ਇੱਕ ਸਰਕੂਲਰ ਮੋਸ਼ਨ ਦੇ ਵਿੱਚ ਇਹ ਬਣ ਜੇ, ਠੀਕ ਹੈ। ਤਾਂ ਇਹਦੇ ਲਈ ਇਹ ਪੂਰੀ ਜਿਹੜੀ ਕੀ ਕਹਿੰਦੇ ਹੁੰਦੇ ਉਸ ਨੂੰ ਮਸ਼ੀਨ ਆ, ਉਹਨਾਂ ਕੋਲ ਬਹੁਤ ਵੱਡੀ ਮਸ਼ੀਨ ਆ, ਲੇਥ ਮਸ਼ੀਨ, ਇਸ ਦੇ ਨਾਲ ਇਸ ਦੇ ਵਿੱਚ ਇਹਦੀ ਫੋਰਜਿੰਗ ਕਰਦੇ ਨੇ, ਕੱਟਦੇ ਆ ਇਹਨੂੰ, ਜਿਵੇਂ ਚੀਜ਼ਲ ਨਹੀਂ ਹੁੰਦੀ, ਚੀਜ਼ਲ ਨਾਲ ਛਿੱਲਦੇ ਨੇ, ਉਵੇਂ ਇਹਨੂੰ ਇਸ ਪਾਰਟ ਨੂੰ ਪੂਰਾ ਛਿੱਲਿਆ ਜਾਂਦਾ, ਗੁਲਾਈ ਦੇ ਵਿੱਚ ਬਣਾ ਕੇ ਰੱਖਿਆ ਜਾਂਦਾ। ਦਿਸ ਇਜ਼ ਏ ਹਾਰਡ ਸਟੀਲ, ਇੱਕ ਤਰ੍ਹਾਂ ਦਾ ਫੋਰਜ ਸਟੀਲ ਹੁੰਦਾ, ਉਸ ਦੇ ਵਿੱਚ ਯੂਜ਼ ਕੀਤਾ ਜਾਂਦਾ, ਓਕੇ। ਦਿਸ forged steel is used over there, okay. Laminated silicone steel never used in turbo alternators, turbo ਦਾ ਮਤਲਬ 3000 RPM, ਬਸ ਜਿੱਥੇ ਟਰਬੋ ਆ ਜਾਏ ਸਮਝ ਲਓ ਬਸ ਟਰਬੋ ਦੀ ਗੱਲ ਕਰਦਾ, ਮਤਲਬ ਟਰਬਾਈਨ ਹੈ ਤੇ ਬਹੁਤ ਵੱਡੀ, ਮਤਲਬ
ਟਰਬਾਈਨ ਹੋਏਗੀ, ਸਪੀਡ ਬਹੁਤ ਜ਼ਿਆਦਾ ਹੋਏਗੀ। ਓਕੇ, ਇਨ ਟਰਬੋ ਅਲਟਰਨੇਟ ਸਮੂਥ ਸਿਲੰਡਰੀਕਲ ਰੋਟਰਸ ਹੈਵ ਵੈਰੀ ਲੌਂਗ ਐਕਸੀਅਲ ਲੈਂਥ। ਆ ਗਈ ਜੀ ਗੱਲ ਉਹੀ ਜਿਹੜੀ ਮੈਂ ਤੁਹਾਨੂੰ ਕਹਿ ਕੇ ਹਟਿਆ, ਦਿਸ ਇਜ਼ ਅ ਟਰਬੋ ਵਨ, ਤੇ ਇੱਥੇ ਲੈਂਥ ਜਿਹੜੀ ਹੈ ਉਹ ਲਾਰਜ ਹੁੰਦੀ ਹੈ। ਵਾਈ? ਬਿਕੋਜ਼ ਨੰਬਰ ਆਫ ਕੰਡਕਟਰਸ ਇਜ਼ ਬੀਂਗ ਲੈਸ, ਦੇ ਹੈਵ ਟੂ ਬੀ ਨੈਸੈਸਿਟੀ ਟੂ ਬੀ ਲੌਂਗ ਜਨਰੇਟਿੰਗ the required voltage. Okay, reduces the friction winding, nothing to do with that. Reduces the centrifugal force, nothing to do with that. जिन्ना ज़्यादा कनेक्टर की लेंथ बढ़ जाएगी, द Z length would be high, ठीक है ना, उन्नी ज़्यादा अपनी वोल्टेज भी नाल नाल बढ़ जाएगी। तो कंस्ट्रक्शन दे विच पहलां ही ਉਹਦੀ ਜਿਹੜੀ ਲੈਂਥ ਹੈ ਜਾਂ ਕਨੈਕਟਰ ਜਿਹੜੇ ਉਹ ਜ਼ਿਆਦਾ ਪਲੇਸ ਕੀਤਾ ਜਾਂਦਾ ਹੈ ਤਾਂ ਕਿ ਇੱਥੇ EMF ਦੀ ਵੈਲਿਊ ਵੱਧ ਜਾਏ। ਓਕੇ, ਸਿਲੰਡਰੀਕਲ ਰੋਟਰਸ, ਰੋਟਰ ਅਲਟਰਨੇਟ ਯੂਜ਼ ਡੈਸ਼ ਡਕਟਸ ਫॉर ਐਫੀਸ਼ੀਐਂਟ ਕੂਲਿੰਗ। ਹਾਂਜੀ, ਇਹ ਕੂਲਿੰਗ ਦੀ ਗੱਲ ਕਰਦਾ ਹੈ। ਜਿਹੜੇ ਸਿਲੰਡਰੀਕਲ ਰੋਟਰ ਹੁੰਦੇ ਨੇ ਉਹਨਾਂ 'ਚ ਦੋ ਤਰ੍ਹਾਂ ਦੀ ਕੂਲਿੰਗ ਯੂਜ਼ ਹੁੰਦੀ ਹੈ, ਦੈਟ ਇਜ਼ ਰੇਡੀਅਲ ਐਂਡ ਐਕਸੀਅਲ। ਰੇਡੀਅਲ ਦਾ ਮਤਲਬ ਹੁੰਦਾ ਹੈਗਾ ਕੁਛ ਕੀਤੀ ਹੈਗੀ, ਐਕਸੀਅਲ ਦਾ ਮਤਲਬ ਹੁੰਦਾ ਇਹਦੇ ਬਿਲਕੁਲ ਐਕਸਿਸ ਤੋਂ ਇਸ ਤਰ੍ਹਾਂ ਪਾਸ ਕਰਦੀ ਹੈ ਕੂਲਿੰਗ। ਰੇਡੀਅਲ ਦਾ ਮਤਲਬ ਕਿ ਇਸ ਦੇ ਰੋਟਰ ਦੇ ਬਿਲਕੁਲ ਆਰ ਪਾਰ ਦੀ ਕੂਲਿੰਗ ਨਿਕਲ ਜਾਂਦੀ ਹੈ। ਓਕੇ, ਤਾਂ ਇਸ ਚੀਜ਼ ਨੂੰ ਰੇਡੀਅਲ ਤੇ ਐਕਸੀਅਲ ਕੂਲਿੰਗ ਕਹਿੰਦੇ। ਇਹ ਦੋਨੋਂ ਤਰ੍ਹਾਂ ਦੀ ਕੂਲਿੰਗ ਜਿਹੜੀ ਹੈ ਉਹ ਯੂਜ਼ ਹੁੰਦੀ ਹੈ। ਓਕੇ, ਤੁਸੀਂ ਮੋਟਾ ਜਿਹਾ ਇੰਨਾ ਕੀ ਕਰ ਲਓ, ਦੈਟ ਵੁੱਡ ਬੀ ਇਨਫ। ਓਕੇ, ਯੂਜ਼ਲੀ ਹਾਈਡਰੋਜਨ ਦੇ ਸਿਲੰਡਰ ਲੱਗਦੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਅਤੇ ਇੱਕ ਵਾਟਰ ਕੂਲਿੰਗ ਲੱਗਦੀ ਹੈ ਨਾ, ਦੋਨਾਂ ਨੂੰ ਕੂਲ ਕਰਨ ਵਾਸਤੇ। ਓਕੇ, ਠੀਕ ਹੈ ਜੀ। ਆਰਮੇਚਰ ਵਾਈਂਡਿੰਗ ਇਜ਼ ਵਨ ਇਨ ਵਿਚ ਦ EMF ਇਜ਼ ਇੰਡਿਊਸਡ ਬਾਈ ਦ ਮੇਨ ਔਰ ਵਰਕਿੰਗ ਫਲਕਸ। ਤੁਹਾਨੂੰ ਮੈਂ ਜਦੋਂ ਬੇਸਿਕਸ ਆਫ ਇਲੈਕਟ੍ਰੀਕਲ ਦੇ ਚੈਪਟਰ ਕਰਾ ਰਿਹਾ ਸੀ, ਮੈਂ ਤੁਹਾਨੂੰ ਉਹਦੀ ਕਲੀਅਰ ਕਰਤਾ ਸੀ ਵੀ ਆਰਮੇਚਰ ਦਾ ਮਤਲਬ ਜਿੱਥੇ EMF ਇੰਡਿਊਸਡ ਹੋਵੇ, ਬਸ ਦੈਟ ਇਜ਼ ਦ ਆਰਮੇਚਰ, ਨਥਿੰਗ ਟੂ ਡੂ ਵਿਦ ਦ ਸਟੇਟਰ ਔਰ ਰੋਟਰ। ਜੇ ਮੰਨ ਲਓ ਤੁਸੀਂ ਇਹ ਜਨਰੇਟਰ ਹੈ, ਇਸ ਦੇ ਵਿੱਚ ਕੋਈ ਰੋਟਰ ਹੈ, ਤੁਸੀਂ ਇਹ ਰੋਟਰ ਨੂੰ ਘੁਮਾਤਾ ਤੇ ਇਹਦੇ ਸਟੇਟਰ ਤੇ ਜਿਹੜੀ EMF ਇੰਡਿਊਸ ਹੁੰਦੀ ਹੈ, ਦਿਸ ਵੁੱਡ ਬੀ ਦ ਆਰਮੇਚਰ। ਓਕੇ, ਦਿਸ ਸਟੇਟਰ ਵਿਲ ਐਕਟ ਲਾਈਕ ਆਰਮੇਚਰ। ਕਲੀਅਰ ਹੈ ਜੀ? ਕਲੀਅਰ ਹੈ? Okay, now let's talk about the types of generator. I think time है थोड़ा जा discuss. The types of generators are number of types are there. Separately excited मतलब ਕੀ ਹੈ, ਜਿਹੜੀ ਜਨਰੇਟਰ ਦੇ ਆਪਾਂ ਫੀਲਡ ਵਾਈਂਡਿੰਗ ਦੇਣੀ ਹੈ ਤੇ ਇੱਥੇ ਆਪਾਂ ਆਰਮੇਚਰ ਨੂੰ ਘੁਮਾਉਂਦੇ ਹਾਂ ਜਾਂ ਰੋਟਰ ਨੂੰ ਘੁਮਾਉਣਾ ਹੈਗਾ, ਹੈ ਨਾ, ਤਾਂ ਜਿਹੜੀ ਉਹਦੀ ਫੀਲਡ ਵਾਈਂਡਿੰਗ ਹੈ ਉਹ ਇਸ ਦੀ ਆਰਮੇਚਰ ਕਰੰਟ ਤੇ ਡਿਪੈਂਡ ਨਹੀਂ ਕਰਦੀ। ਮਤਲਬ ਕੀ ਹੁੰਦਾ ਯੂਜ਼ਲੀ, ਮੰਨ ਲਓ ਆਹ ਜਨਰੇਟਰ ਨੂੰ ਮੈਂ ਘੁਮਾਇਆ ਤਾਂ ਇਸ 'ਚ ਜਿਹੜੀ EMF ਮਾੜੀ ਜਿਹੀ ਇੰਡਿਊਸਡ ਹੋਈ ਉਹੀ ਇਹਨੂੰ ਫੀਲ ਕਰਤੀ, ਜਾਂ ਕਰੰਟ ਹੋਈ ਇਹਨੂੰ ਫੀਲ ਕਰਕੇ ਇਸ ਸਰਕਟ 'ਚ ਦੇਤਾ, ਤਾਂ ਕਿ ਹੋਰ ਇਸ ਦੀ ਫੀਲਡ ਸਟਰੈਂਥ ਜਿਹੜੀ ਆ ਉਹ ਇੰਪਰੂਵ ਹੋਵੇ। ਜਿਵੇਂ ਜਿਵੇਂ ਫੀਲਡ ਸਟਰੈਂਥ ਇੰਪਰੂਵ ਹੋਈ ਜਾਊਗੀ ਉਵੇਂ ਉਵੇਂ ਇੱਥੇ ਕਰੰਟ ਦੀ ਵੈਲਿਊ ਵਧੀ ਜਾਊਗੀ। ਜਿਵੇਂ ਜਿਵੇਂ ਕਰੰਟ ਦੀ ਵੈਲਿਊ ਵਧੀ ਜਾਊਗੀ EMF ਸਟਰੈਂਥ ਹੋਰ ਪ੍ਰੋਡਿਊਸ ਹੁੰਦੀ ਰਹੂਗੀ। ਤਾਂ ਇਹਦੀ ਜਿਹੜੀ ਮੈਕਸਿਮਮ ਕਰੰਟ ਹੈ ਜਿਹੜਾ ਉਹ ਪ੍ਰੋਡਿਊਸ ਹੋਣਾ ਜਦੋਂ ਸ਼ੁਰੂ ਹੋ ਜਾਊਗਾ ਤਾਂ ਇੱਥੇ ਇਹਦੀ ਮੈਕਸਿਮਮ ਫਲਕਸ ਦੀ ਵੈਲਿਊ ਆ ਜਾਏਗੀ। ਤਾਂ ਜਿਹੜੀ ਮਸ਼ੀਨ ਹੈ ਉਹ ਇੱਕ ਪਰਟੀਕੂਲਰ ਪੁਆਇੰਟ ਤੇ ਮੈਕਸਿਮਮ ਆਫ ਦੀ EMF ਇੰਡਿਊਸਡ ਕਰ ਦੇਗੀ ਤੇ ਕਰੰਟ ਦੀ ਵੈਲਿਊ ਇੱਕ ਸਟੇਬਲ ਪੋਜੀਸ਼ਨ 'ਚ ਆ ਜਾਏਗੀ। This is known as separately excited, this is known as a self excited generators. ਸੈਪਰੇਟਲੀ ਐਕਸਾਈਟਡ ਦੇ ਵਿੱਚ ਕੀ ਹੈਗੀ ਕਿ ਮੰਨ ਲਓ ਆਹ ਫੀਲਡ ਜਿਹੜੀ ਹੈ ਮੈਂ ਇਹਨੂੰ ਐਕਸਟਰਨਲ ਸੋਰਸ ਨਾਲ ਚਾਰਜ ਕਰੂੰਗਾ, ਮੈਂ ਬਾਹਰ ਬਸ ਬੈਟਰੀ ਵੋਲਟੇਜ ਹੀ ਲਾਤੀ, ਬੈਟਰੀ ਲਗਾਤੀ ਤੇ ਫੀਲਡ ਜਿਹੜੀ ਇੱਕ ਕੌਨਸਟੈਂਟ ਸਪਲਾਈ ਨੂੰ ਜਾਣੀ ਸ਼ੁਰੂ ਹੋ ਗਈ। ਹੁਣ ਜਿਹੜੀ ਮੇਰੀ ਆਊਟਪੁੱਟ ਹੈ ਉਹ ਸਾਰੀ ਮੇਰੀ ਸਪੀਡ ਤੇ ਡਿਪੈਂਡ ਕਰ ਗਈ, ਮੈਨੂੰ ਕਿੰਨੀ ਤੇਜ਼ ਘੁਮਾਉਣਾ, ਇਸ ਰੋਟਰ ਨੂੰ ਕਿੰਨੀ ਤੇਜ਼ ਘੁਮਾਊਂਗਾ ਉਸ ਦੇ ਉੱਪਰ ਮੇਰੀ ਆਊਟਪੁੱਟ ਡਿਪੈਂਡ ਕਰ ਜਾਏਗੀ। ਓਕੇ, ਦਿਸ ਇਜ਼ ਨੋਨ ਐਜ਼ ਦ ਸੈਪਰੇਟਲੀ ਐਕਸਾਈਟਡ ਜਨਰੇਟਰ। ਠੀਕ ਹੈ, ਹੁਣ ਸੈਲਫ ਐਕਸਾਈਟਡ 'ਚ ਬਹੁਤ ਟਾਈਪ ਹੁੰਦੀਆਂ ਵੀ ਆਪਾਂ ਉਹਨੂੰ ਕਿਵੇਂ ਕਨੈਕਟ ਕਰਦੇ ਹਾਂ ਉਹਦੀ ਫੀਲਡ ਵਾਈਂਡਿੰਗ, ਵੀ ਵਿਲ ਸੀ ਦੈਟ। ਦਿਸ ਇਜ਼ ਅ DC ਜਨਰੇਟਰ ਆਫ ਸੈਪਰੇਟਲੀ ਐਕਸਾਈਟਡ ਸਿਸਟਮ, ਜਿਹਦੇ ਵਿੱਚ ਕੀ ਹੈ ਕਿ ਫੀਲਡ ਵਾਈਂਡਿੰਗ ਜਿਹੜੀ ਐਕਸਟਰਨਲ ਬਾਹਰ DC ਸੋਰਸ ਨਾਲ ਆਪਾਂ ਕਨੈਕਟ ਕੀਤੀ ਹੋਈ ਹੈ, ਬਸ ਆਪਾਂ ਸਿਰਫ ਜਿਹੜੀ ਅੰਦਰ ਰੋਟਰ ਹੈ ਉਸ ਨੂੰ ਘੁਮਾਉਣਾ ਹੈਗਾ ਤੇ ਆਪਣੇ ਕੋਲ ਜਿਹੜੀ ਹੈ ਪਾਵਰ ਪ੍ਰੋਡਿਊਸ ਹੋ ਜਾਂਦੀ ਹੈ। ਸੋ ਦਿਸ ਇਜ਼ ਇੰਡੀਪੈਂਡੈਂਟ ਆਫ ਦਿਸ ਵਨ ਇਜ਼ ਇੰਡੀਪੈਂਡੈਂਟ ਆਫ ਦ ਫੀਲਡ ਕਰੰਟ, ਹੈ ਨਾ। ਆਪਾਂ ਜਿੱਥੇ ਇੱਥੇ ਰੈਗੂਲੇਟਰ ਲਗਾਤਾ, ਰਜਿਸਟਰ ਲਗਾਤਾ, so that we can control this current, okay, and we control this field flux, okay, and we get the output over here, okay. This is a separately excited generator. In the self excited system मान लो हम ਉਹਦੀ ਜਿਹੜੀ field winding ਹੈ ਜੋ series 'ਚ ਹੈ, this is known as series wound. If it is connected in the shunt system then is a shunt wound. This is the armature of the generator, okay. This is a compound wound. Compound ਦੇ ਵਿੱਚ ਥੋੜੀ ਜਿਹੀ ਕਹਿੰਦੇ ਜਿਹੜੀ field winding ਹੈ ਉਹ
ਮਤਲਬ ਸ਼ੰਟ ਦੇ ਵਿੱਚ ਵੀ ਹੁੰਦੀ ਹੈ ਤੇ ਥੋੜੀ ਜਿਹੀ ਸੀਰੀਜ਼ ਦੇ ਵਿੱਚ ਵੀ ਲਾਈ ਹੁੰਦੀ ਹੈ। ਜੇ ਇਹ ਜਿਹੜੀ ਸ਼ੰਟ ਵਾਈਂਡਿੰਗ ਹੈ, ਸ਼ੰਟ ਵਾਊਂਡ ਜਨਰੇਟਰ ਹੈ, ਜੇ ਇਹ ਸੀਰੀਜ਼ ਦੇ ਬਿਲਕੁਲ ਕ੍ਰੋਸ ਕਰਕੇ ਲੱਗਦਾ, ਦਿਸ ਇਜ਼ ਨੋਨ ਐਜ਼ ਦ ਲੌਂਗ ਸ਼ੰਟ। ਜੇ ਇਹ ਸੀਰੀਜ਼ ਤੋਂ ਪਹਿਲਾਂ ਹੀ ਲੱਗਦਾ, ਦਿਸ ਇਜ਼ ਨੋਨ ਐਜ਼ ਦ ਸ਼ਾਰਟ ਸ਼ੰਟ। ਓਕੇ, ਕਲੀਅਰ ਹੈ ਜੀ? ਓਕੇ, ਨਾਓ ਦਿਸ ਇਜ਼ ਅ ਸੈਪਰੇਟਲੀ ਐਕਸਾਈਟਡ ਜਨਰੇਟਰ, ਜਿਹਦੇ ਵਿੱਚ ਕਿ ਆਪਣਾ ਜਿਹੜਾ ਹੈ ਨਾ ਆਪਦਾ ਸੈਟਅਪ ਹੈ ਐਕਸਟਰਨਲ। ਇੱਥੇ ਆਪਾਂ ਕੋਈ ਬੈਟਰੀ ਬੈਕਅਪ ਲਗਾਇਆ ਹੋਏਗਾ। ਓਕੇ, ਇਸ ਦੇ ਹਿਸਾਬ ਨਾਲ ਆਪਾਂ ਚਲਾ ਰਹੇ ਹਾਂ। ਥਰਮਲਾਂ ਦੇ ਵਿੱਚ ਕੀ ਹੁੰਦਾ ਹੈਗਾ, ਥਰਮਲਾਂ ਦੇ ਵਿੱਚ ਆਪਾਂ ਫੀਲਡ ਸਪਲਾਈ ਤਾਂ ਦਿੰਨੀ ਹੈ ਇਸ ਨੂੰ ਅਲੱਗ ਤੋਂ, ਠੀਕ ਹੈ। ਇਸ ਦੇ ਨਾਲ ਨਾ ਇਸ ਦੇ ਨਾਲ ਹੀ ਕੀ ਕਰਦੇ ਆ, ਇੱਥੋਂ ਤੋਂ ਲੈ ਕੇ ਮੰਨ ਲਓ ਇੱਕ ਥੋੜ੍ਹੀ ਦੂਰ ਲਿਜਾ ਕੇ ਨਾ, ਥੋੜ੍ਹੀ ਦੂਰ ਲਿਜਾ ਕੇ ਪੂਰਾ ਵੱਡਾ ਇੱਕ ਬੈਟਰੀ ਬੈਂਕ ਲਗਾਇਆ ਹੋਇਆ, ਪੂਰਾ ਵੱਡਾ ਇੱਕ ਸਿਸਟਮ ਲਗਾਇਆ ਹੋਇਆ ਕਹਿ ਲਓ। ਬਾਈ ਚਾਂਸ ਕਹਿੰਦੇ ਵੀ ਜਿਹੜੀ ਪਾਵਰ ਸਪਲਾਈ ਇਹਨੂੰ ਫੀਡ ਕਰਦੀ ਹੈ ਇਹ ਫੇਲ ਹੋ ਜੇ, ਤਾਂ ਆ ਜਿਹੜਾ ਜਨਰੇਟਰ ਹੈ ਜਿਹੜਾ ਇਹ ਹਵਾ 'ਚ ਨਾ ਹੋ ਜੇ, ਠੀਕ ਹੈ ਨਾ, ਇਹ ਹਵਾ 'ਚ ਨਾ ਹੋ ਜੇ, ਐਂ ਘੁੰਮੀ ਜਾਵੇ, ਹੈ ਨਾ, ਤਾਂ ਕਿ ਕੋਈ ਖਰਾਬੀ ਹੋ ਜੇ ਜਾਂ ਕੋਈ ਨੁਕਸਾਨ ਹੋ ਜੇ। ਤਾਂ ਇੱਕ ਇਸ ਜਨਰੇਟਰ ਨੂੰ ਕੰਟਰੋਲ ਕਰਨ ਲਈ ਬੈਟਰੀ ਬੈਂਕ ਯੂਜ਼ ਕੀਤਾ ਜਾਂਦਾ ਹੈ ਅਲੱਗ ਤੋਂ। ਪੂਰੇ ਉੱਥੇ ਵੱਡੇ ਵੱਡੇ ਬੈਟਰੀ ਰੱਖੇ ਹੋਏ ਨੇ ਤਾਂ ਕਿ ਇਸ ਜਨਰੇਟਰ ਨੂੰ ਪਾਵਰ ਦੇ ਸਕੀਏ ਇਨ ਦ ਸ਼ਟਡਾਊਨ ਕੰਡੀਸ਼ਨ। ਮੰਨ ਲਓ ਵੀ ਹੈ ਵੀ ਨਹੀਂ ਪਾਵਰ, ਕਿਤੇ ਹੈ ਹੀ ਨਹੀਂ, ਹੈ ਨਾ, ਤਾਂ ਫਿਰ ਤੁਸੀਂ ਕੀ ਕਰੋਗੇ, ਤੁਹਾਨੂੰ ਇਹ ਕੰਮ ਕਰਨਾ ਪਏਗਾ, ਠੀਕ ਹੈ ਜੀ। ਓਕੇ, ਤਾਂ ਬਹੁਤ ਸਾਰੀਆਂ ਜਿਹੜੀਆਂ ਇਹਦੀਆਂ ਕੰਟਰੋਲਿੰਗ ਸਪਲਾਈਆਂ ਨੇ ਫੀਲਡ ਦੀਆਂ, ਜਨਰੇਟਰ ਦੀਆਂ। ਇੱਥੇ ਬਹੁਤ ਸਾਰੇ ਤਰ੍ਹਾਂ ਦੇ ਪੰਪ ਹੁੰਦੇ ਨੇ ਜਿਹੜੇ ਟਰਬਾਈਨ ਨੂੰ, ਠੀਕ ਹੈ, ਜਨਰੇਟਰ ਨੂੰ ਮਤਲਬ ਸਹਾਇਤਾ ਕਰਦੇ ਆ ਠੀਕ ਰਹਿਣ ਦੇ ਵਿੱਚ, ਹੈ। ਆਕਜ਼ਿਲਰੀ ਟਾਈਪਸ ਹੁੰਦੀਆਂ ਜਿਹੜੀ ਟਰਬਾਈਨ ਨੂੰ ਲਿਫਟ ਅਪ ਕਰਕੇ ਰੱਖਦੀਆਂ ਹੈਗੀਆਂ। ਬਹੁਤ ਸਾਰੇ ਪੰਪ ਹੁੰਦੇ ਆ, ਹੈ ਨਾ, ਜਿਹੜੇ ਕਿ ਟਰਬਾਈਨ ਨੂੰ ਜੈਕ ਕਰਕੇ ਰੱਖਦੇ ਵੀ ਨੀਚੇ ਨਾ ਥੋੜ੍ਹਾ ਡਿੱਗੇ ਤਾਂ ਕਿ ਕੋਈ ਬਲੇਡ ਬਲੂਡ ਟੁੱਟ ਜੇ, ਠੀਕ ਹੈ, ਉਹਨੂੰ ਜੈਕ ਆਇਲ ਪੰਪ ਕਹਿੰਦੇ ਨੇ। ਉਹਨਾਂ ਵਾਸਤੇ ਵੀ ਅਲੱਗ ਤੋਂ ਡੀਸੀ ਬੈਂਕ ਲਗਾਇਆ ਹੁੰਦਾ। ਡਬਲ ਸਪਲਾਈਆਂ, ਟ੍ਰਿਪਲ ਸਪਲਾਈਜ਼ ਦਿੱਤੀ ਹੁੰਦੀਆਂ ਤਾਂ ਕਿ ਜੇ ਕੱਲ੍ਹ ਨੂੰ ਕੋਈ ਫੇਲਰ ਹੋ ਜੇ ਤਾਂ ਵੀ ਕੈਨ ਕੋਪ ਵਿਦ ਦੈਟ। ਓਕੇ, ਕਲੀਅਰ ਹੈ ਜੀ? ਓਕੇ, ਦਿਸ ਇਜ਼ ਅ ਸੀਰੀਜ਼ ਵਾਊਂਡ, ਆਲਰੇਡੀ ਆਪਾਂ ਥੋੜ੍ਹਾ ਜਿਹਾ ਕਰ ਲਿਆ, ਬਟ ਲੈਟਸ ਸੀ ਦਿਸ ਇਜ਼ ਦ ਆਰਮੇਚਰ ਕਰੰਟ। ਆਪਾਂ ਇਹਨੂੰ ਇਸ ਦੇ ਵਿੱਚ ਲਿਖ ਆਰਮੇਚਰ ਕਰੰਟ ਇਸ ਤਰ੍ਹਾਂ ਪਾਸ ਕਰੇਗਾ। ਓਕੇ, ਇਹਦਾ ਕੁਛ ਰੈਜ਼ਿਸਟੈਂਸ ਹੋਏਗਾ, ਦੈਟ ਵੁੱਡ ਬੀ ਆਰ। ਓਕੇ, ਇੱਥੇ ਆਪਣਾ ਲੋਡ ਲੱਗ ਗਿਆ, ਤਾਂ ਜੇ ਮੰਨ ਲਓ ਇੱਥੇ ਲੋਡ ਲੱਗ ਗਿਆ, ਦਿਸ ਵੁੱਡ ਬੀ ਏ ਲੋਡ ਕਰੰਟ। ਤਾਂ ਹੈ ਨਾ, ਤਾਂ ਜਿਹੜਾ ਲੋਡ ਕਰੰਟ ਤੇ ਮਤਲਬ ਆਰਮੇਚਰ ਕਰੰਟ ਹੈ ਦੈਟ ਵੁੱਡ ਬੀ ਸੇਮ। ਓਕੇ, ਜੇ ਸ਼ੰਟ ਵਾਊਂਡ ਹੈ ਤਾਂ ਕੀ ਹੋਏਗਾ ਕਿ ਇੱਥੇ ਦਿਸ ਵੁੱਡ ਬੀ ਆਰਮੇਚਰ ਕਰੰਟ, ਦਿਸ ਵੁੱਡ ਬੀ ISH, ਤੇ ਇੱਥੇ ਜਿਹੜਾ ਆਪਣਾ ਲੋਡ ਕਰੰਟ ਜਾਣਾ ਸ਼ੁਰੂ ਹੋਏਗਾ। ਓਕੇ, ਤਾਂ ਜਿਹੜਾ ਆਰਮੇਚਰ ਕਰੰਟ ਹੈ ਥੋੜ੍ਹਾ ਜਿਹਾ ਉਹ ਹੈ ਨਾ ਜ਼ਿਆਦਾ ਹੋਏਗਾ ਐਜ਼ ਕੰਪੇਅਰ ਟੂ ਲੋਡ ਕਰੰਟ ਔਰ ਦ ਸ਼ੰਟ ਕਰੰਟ। ਓਕੇ, ਕਿਉਂਕਿ ਇਸੇ ਨੇ ਆਪਦੇ ਆਪ ਨੂੰ ਐਕਸਾਈਟਡ ਕਰਨਾ ਸ਼ੰਟ ਵਾਊਂਡ ਦੇ ਵਿੱਚ। ਓਕੇ, ਤਾਂ ਕਰੰਟ ਜਿਹੜਾ ਥੋੜ੍ਹਾ ਜਿਹਾ ਬਾਈਫਰਕੇਟ ਹੋ ਗਿਆ। ਓਕੇ, ਜੇ ਲੌਂਗ ਸ਼ੰਟ ਦਾ ਕੀ ਹੋਏਗਾ, ਇੱਥੇ ਇਸ ਦੇ ਵਿੱਚ ਵੀ ਕਰੰਟ ਜਿਹੜਾ ਹੈ IA ਪਾਸ ਕਰੇਗਾ, ਇਸ ਦੇ ਵਿੱਚ ISH ਪਾਸ ਕਰੇਗਾ, ਦੈਟ ਇਜ਼ ISH, ਤੇ ਇਸ ਦੇ ਵਿੱਚ I ਲੋਡ ਕਰੰਟ ਪਾਸ ਕਰੇਗਾ। ਓਕੇ, ਜੇ ਇਹ ਹੋਏਗਾ ਤਾਂ ਇਸ ਦੇ ਵਿੱਚ I ਆਰਮੇਚਰ ਕਰੰਟ, ਇਸ 'ਚ ISH, ਤੇ ਇਸ ਦੇ ਵਿੱਚ I ਲੋਡ ਕਰੰਟ ਪਾਸ ਕਰੇਗਾ। ਕਲੀਅਰ ਹੈ ਜੀ? ਗॉट इट? ਓਕੇ, ਹਾਂਜੀ, ਐਨੀ ਡਾਊਟ? ਇੱਕ ਕੱਲ ਤੁਸੀਂ ਇੱਕ ਨੂਮੈਰੀਕਲ ਸ਼ੇਅਰ ਕਰ ਰਹੇ ਸੀ, ਮੈਂ ਵੈਸੇ ਹੀ ਦੇਖ ਰਿਹਾ ਸੀਗਾ। ਜਸਕਰਨ ਤੁਸੀਂ ਸ਼ੇਅਰ ਕੀਤਾ ਸੀ ਆਈ ਥਿੰਕ। ਹਾਂਜੀ ਸਰ। ਹਾਂ, ਉਸਦੇ ਵਿੱਚ ਕਿਆ ਸੀਗਾ, ਆਈ ਥਿੰਕ ਆਨਸਰ ਰੋਂਗ ਹੈ ਉਸਦਾ, ਲੈਟ ਮੀ ਟੈਲ ਯੂ, ਆਪਾਂ ਇਸ ਤੋਂ ਬਾਅਦ ਚੁੱਕ ਕਰਾਂਗੇ। ਕਿਆ ਸੀਗਾ, ਇਸ ਤਰ੍ਹਾਂ ਪ੍ਰੋਬਲਮ ਸੀਗੀ ਉਹ 7 ਓਹਮ, ਇੱਥੇ ਸੀ 6 ਓਹਮ, ਤੇ ਇੱਥੇ ਸੀ 5 ਓਹਮ, ਤੇ ਇੱਥੇ ਕੋਈ ਆਪਾਂ ਲੋਡ ਕਰੰਟ ਜਿਹੜਾ ਰਜਿਸਟਰ ਹੈ ਉਹ ਲਗਾਉਣਾ ਸੀ, ਰਾਈਟ। ਇੱਥੇ ਵੇਰੀਏਬਲ ਰਜਿਸਟੈਂਸ ਨਾਲ ਕਨੈਕਟ ਹੋਣਾ ਸੀ। ਵੀ ਜਸਟ ਨੀਡ ਟੂ ਫਾਈਂਡ ਆਊਟ ਕਿ ਮੈਕਸਿਮਮ ਪਾਵਰ ਟਰਾਂਸਫਰ ਕਿੰਨੀ ਹੋਣੀ ਸੀ, ਠੀਕ ਹੈ। ਤਾਂ ਉਸ ਦੇ ਵਿੱਚ ਕੀ ਸੀਗਾ, ਇੱਕ ਇੱਥੇ ਆਈ ਲਗਾਇਆ ਹੋਇਆ ਸੀ, ਤੇ ਇੱਥੇ ਰਜਿਸਟਰ ਸੀ ਦੈਟ ਇਜ਼ 9 ਓਹਮ, ਠੀਕ ਹੈ, ਤੇ ਇੱਥੇ ਇਹਨੂੰ ਸ਼ਾਰਟ ਕੀਤਾ ਹੋਇਆ ਸੀ। ਜਿਹੜਾ 9 ਓਹਮ ਦਾ ਰਜਿਸਟਰ ਹੈ, ਦਿਸ ਇਜ਼ ਗੈਟਿੰਗ ਸ਼ਾਰਟ ਐਕਚੁਅਲੀ, ਠੀਕ ਹੈ। ਇਹ ਵਾਲਾ ਜਿਹੜਾ ਰਜਿਸਟਰ ਹੈ ਨਾ, ਆਹ ਵਾਲਾ ਰਜਿਸਟਰ ਹੋਏਗਾ 9 ਓਹਮ ਦਾ, ਠੀਕ ਹੈ, ਉਹ ਸ਼ਾਰਟ ਹੋ ਜਾਏਗਾ। ਤਾਂ ਜਿਹੜਾ 6 ਤੇ 7 ਓਹਮ ਦਾ ਰਜਿਸਟੈਂਸ ਹੈ
ਉਹ ਆਪਦੇ ਆਪ ਸੀਰੀਜ਼ 'ਚ ਹੈ, ਤੇ ਜਿਹੜਾ 5 ਓਹਮ ਦਾ ਰੈਜ਼ਿਸਟੈਂਸ ਹੈ ਉਹ ਇਸ ਦੇ ਪੈਰਲਲ 'ਚ ਹੈ। ਤਾਂ ਆਈ ਥਿੰਕ ਦਾ ਆਨਸਰ ਇਜ਼ ਰੋਂਗ, ਦੈਟ ਇਜ਼ 3.2 ਹੈ ਨਾ। ਜੇ 6 ਤੇ 7 ਨੂੰ ਤੁਸੀਂ ਸੀਰੀਜ਼ 'ਚ ਲਗਾਉਂਦੇ ਹੋ ਤਾਂ ਆਨਸਰ ਇਜ਼ 13, ਇਹ 13 ਹੋ ਗਿਆ, ਤੇ 13 ਗੁਣਾ 5 ਬਟੇ 18, 13 + 5 ਦੈਟ ਇਜ਼ 18, 13 ਗੁਣਾ 5 65 ਹੁੰਦਾ ਹੈ। ਹਾਂਜੀ ਸਰ। 65 divided by 18 करो, I think 3.6 is the answer, 3.61 should be answer, है ना। ਤਾਂ ਜਾਂ ਤਾਂ ਉੱਥੇ ਆਨਸਰ ਰੋਂਗ ਹੈ, ਜਾਂ ਪਰ ਉੱਥੇ ਨਾ ਥੋੜਾ ਜਿਹਾ ਅਧੂਰੀ ਵੀ ਹੈ ਸਟੇਟਮੈਂਟ, ਉਹ ਲੈਟਿਸ ਦੀ ਗੱਲ ਕਰ ਰਿਹਾ ਹੈ ਨਾ। ਤਾਂ ਲੈਟਿਸ ਦਾ ਮਤਲਬ ਪਤਾ ਕੀ ਹੁੰਦਾ ਹੈ, ਵੀ ਇਹ ਇੱਕ n ਟਾਈਮਸ ਚੱਲ ਰਿਹਾ ਹੈਗਾ ਸਿਸਟਮ। ਤਾਂ ਜਾਂ ਤਾਂ ਉੱਥੇ ਉਹਨੇ ਕੁਝ ਵੈਲਿਊ ਦਿੱਤੀ ਹੁੰਦੀ ਵੀ ਕਿੰਨੇ ਨੰਬਰ ਲੈਟਿਸ ਤੇ ਜਾ ਰਿਹਾ ਹੈਗਾ, ਹੈ ਨਾ। ਤਾਂ ਉਹਨੇ ਨਾ ਤਾਂ ਲੈਟਿਸ ਦੀ ਵੈਲਿਊ ਦਿੱਤੀ ਹੈ, ਨਾ ਕੁਛ ਹੋਰ। ਜੇ ਇਹਨੂੰ ਸਿੰਗਲ ਐਜ਼ ਏ ਸੋਲ, ਕਿਉਂਕਿ ਤੁਸੀਂ ਦੇਖਿਓ ਉਹਦੇ ਤੇ ਇੱਧਰਲੀ ਸਾਈਡ ਤੋਂ ਐਕਸਟੈਂਸ਼ਨ ਵੀ ਕੀਤੀ ਹੋਈ ਹੈ ਉਹਨੇ ਥੋੜ੍ਹੇ ਜਿਹੇ, ਹੈ ਨਾ। ਇੱਥੋਂ ਐਕਸਟੈਂਸ਼ਨ ਦੇ ਕੇ ਫਿਰ ਇਹ ਸਿਸਟਮ ਸ਼ੁਰੂ ਕੀਤਾ ਹੋਇਆ ਹੈਗਾ, ਲਾਈਕ 6 ਓਹਮ ਦਾ ਰਜਿਸਟਰ ਹੈ ਜੀ, ਤੇ ਇੱਧਰੋਂ ਹੈ ਨਾ 7 ਓਹਮ ਦਾ ਰਜਿਸਟਰ ਹੈ। ਇਸ ਤਰ੍ਹਾਂ ਇਹਨੇ ਸਰਕਟ ਜਿਹਾ ਬਣਾਇਆ ਹੋਇਆ, ਜਿਹੜਾ ਉਹਦਾ ਬਣਾਇਆ ਹੋਇਆ ਇੱਥੇ ਇਹਨੇ ਥੋੜ੍ਹਾ ਜਿਹਾ ਇੰਨੀ ਜਗ੍ਹਾ ਛੱਡੀ ਹੋਈ ਹੈ। ਇਹਦਾ ਮਤਲਬ ਕੀ ਹੈ, ਇਟਸ ਏ ਲੈਡਰ ਨੈਟਵਰਕ ਔਰ ਲੈਟਿਸ ਨੈਟਵਰਕ। ਤਾਂ ਇਹਦਾ ਇੱਕ ਇਕੁਇਵਲੈਂਟ ਤੁਹਾਨੂੰ ਕੱਢਣਾ ਪਊਗਾ, ਹੈ ਨਾ। ਪਰ ਉਹਨੇ n ਤਾਂ ਵੈਲਿਊ ਆਪਾਂ ਨੂੰ ਦਿੱਤੀ ਨਹੀਂ ਵੀ ਕਿੰਨੇ ਨੰਬਰ ਲੈਟਿਸ ਤੇ ਇਹ ਜਾ ਰਿਹਾ ਹੈਗਾ, ਹੈ ਨਾ, ਕਿੰਨੇ ਨੰਬਰ ਲੈਟਿਸ ਦਾ ਇਹ ਨੈਟਵਰਕ ਹੈ, ਰਾਈਟ। ਕਿੰਨੀਆਂ ਪੌੜੀਆਂ ਇਹੋ ਜਿਹੀਆਂ ਹੈਗੀਆਂ ਨੇ, ਜਾਂ ਇਹੋ ਜਿਹੇ ਸੈਗਮੈਂਟ ਕਿੰਨੇ ਹੋਰ ਨੇ, ਉਹਨੇ ਦਿੱਤਾ ਨਹੀਂ ਹੋਇਆ। ਓਕੇ, ਤਾਂ ਜੇ ਮੋਸਟ ਅਪਰੋਪਰੀਏਟ ਆਨਸਰ ਜਿਹੜਾ ਉਹ ਇਹੀ ਬਣਦਾ ਹੈਗਾ। ਬਾਕੀ ਮੇ ਵੀ ਕੁਛ ਉਹ ਐਜ਼ਿਊਮ ਕਰਕੇ ਚੱਲਿਆ ਹੋਵੇ, ਹੈ ਨਾ। ਤਾਂ ਠੀਕ ਹੈ ਜੀ, ਸਮਝ ਆਈ ਗੱਲ। ਇਹ ਜਿਹੜਾ 9 ਓਹਮ ਦਾ ਰਜਿਸਟਰ ਸੀ ਨਾ, ਉਹ ਸ਼ਾਰਟ ਹੋ ਰਿਹਾ ਹੈਗਾ। ਤੁਸੀਂ ਦੇਖੋ ਉਹਦੇ ਇੱਕ ਐਂਡ ਤੇ ਦੂਸਰੇ ਐਂਡ ਆਪਸ 'ਚ ਸ਼ਾਰਟ ਕਰੀ ਜਾਂਦੇ ਇੱਕ ਦੂਸਰੇ ਨੂੰ, ਤਾਂ ਉਹ ਬਾਈਪਾਸ ਹੋ ਜਾਏਗਾ 9 ਓਹਮ ਦਾ ਰਜਿਸਟਰ। ਤਾਂ 6 ਤੇ 7 ਜਿਹੜਾ ਉਹ ਸੀਰੀਜ਼ 'ਚ ਲੱਗ ਜਾਣਗੇ, ਤੇ 5 ਜਿਹੜਾ ਪੈਰਲਲ 'ਚ ਲੱਗਦੇ ਪਏ। ਓਕੇ ਓਕੇ। ਉਹ ਸ਼ੁਰੂ ਕੀਤੇ ਇਨਸਾਈਟ ਦੇ, ਮੈਂ ਸ਼ੇਅਰ ਕੀਤੇ ਸੀ ਤੁਹਾਡੇ ਨਾਲ ਪੀਡੀਐਫਸ। ਐਨੀਵਨ?